वाहिगुरु जी। अमय दृष्ट शुभ कर हरै अग पाप सकल मल। काम क्रोध अर लोभ मोह वस करे सब बल। सदा सुख मन वसै दुख संसार है खोवै। गुर नवनिध दरियाओ जन्म हम काल खथोवै। सुकहो टल गुर सेविय अहनिस सहज सुपाए। दर्शन परसै गुरु कै जन्म मरण दुख जाए। होवै शिव तुख समुदी नूर अरसों कुरसों चट्टिया। तुद दिठै सच्चे पातशाह माल जन्म जन्म दी कट्टी। सज्जन सच्चा पातशाह सिर शाहां दे शाह। जिस पास बैठिया सोही है सबना दा वेसाह। जिस पास बैठिया सोही है सबना दा वेसाह। सतनाम श्री वाहिगुरु साहिब जी। राग सूही महला पहला कुचजी। एक ओंकार सतगुर प्रसाद। मन कुचजी अमावन डोसड़े। हो क्यों सहरावन जाओ जियो। एक दो एक चढ़ंदिया कौन जाने मेरा नाओ जियो। मन कुचजी अमावन डोसड़े। हो क्यों सहरावन जाओ जियो। एक दो एक चढ़ंदिया कौन जाने मेरा नाओ जियो। जिनी सखी सहोराविया से अंबी शावड़िए जियो। से गुड़ मंजना आमनी हो कै जी दोष तरे हो जियो। क्या गुण तेरे विथरा हो क्या क्या किन्ना तेरा नाओ जियो। एक टोल ना अंबड़ा हो सद कुर्बान तेरा जाओ जियो। सोना रूपा रंगुला मोती का मानक जियो। से वस्तु सह दितिया मैं तिन स्यों लाया चित जियो। मंदर मिट्टी संदड़े पत्थर की तेरास जियो। हो इनी टोली पुली अस तिस कंत न बैठी पास जियो। अंबर कुंजा कुरलिया भग बैठे आए जियो।
ਸਾ ਧਨ ਚੱਲੀ ਸਾਹੁਰੈ ਕਿਉ ਮੋਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤਾ ਸਹ ਨਾਲੋਂ ਮੁੱਤੀ ਅਸ ਦੁੱਖਾਂ ਕੋ ਧਰਿਆਸ ਜੀਓ ਤੋਦ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ ਤੋਦ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਅਤੇ ਹਾਜ਼ਰਾ ਹਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਮਹਾਨ ਇਤਿਹਾਸਕ ਸਥਾਨ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋਂ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਅਸਥਾਨ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਪਵਿੱਤਰ ਮੁਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਆਪ ਇਸ ਸਥਾਨ ਤੇ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ, ਦੇਸਾਂ ਪ੍ਰਦੇਸਾਂ 'ਚ ਬੇਅੰਤ ਗੁਰੂ ਕੇ ਪਿਆਰੇ ਬੜੇ ਚਾਅ ਦੇ ਨਾਲ ਇਸ ਪਵਿੱਤਰ ਮੁਖ ਵਾਕ ਨੂੰ ਸਰਵਣ ਕਰਨ ਲਈ ਜੁੜੇ ਬੈਠੇ ਨੇ। ਅੱਜ ਦਾ ਇਹ ਪਵਿੱਤਰ ਮੁਖ ਵਾਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਜੋ ਮਾਨਯੋਗ ਭਾਈ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ। ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਅਮੋਲ ਬਚਨ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 762 ਤੇ ਕੁਚੱਜੀ ਦੇ ਸਿਰਲੇਖ ਹੇਠ ਅੰਕਿਤ ਹਨ। ਵਾਹਿਗੁਰੂ ਜੀ ਨੇ ਸਾਨੂੰ ਮਹਾਨ ਉੱਤਮ ਮਨੁੱਖਾਂ ਦੀ ਹੀ ਬਖਸ਼ਿਸ਼ ਕੀਤੀ ਹੈ। ਜਿੰਦੀ ਜ਼ਿੰਦਗੀ ਮਹਾਨ ਹੈ, ਉਹਨਾਂ ਜ਼ਿੰਦਗੀ ਦਾ ਮਨੋਰਥ ਬੜਾ ਉੱਚਾ ਹੈ। ਜ਼ਿੰਦਗੀ ਦਾ ਮਕਸਦ ਹੈ ਪਰਮ ਆਨੰਦ ਵਿੱਚ ਲਿਵਲੀਨ ਹੋਣਾ, ਪਰਮਾਤਮਾ 'ਚ ਅਭੇਦ ਹੋਣਾ। ਪਰ ਜਦੋਂ ਅਸੀਂ ਜਗਤ ਵਿੱਚ ਨਜ਼ਰ ਮਾਰਦੇ ਹਾਂ, ਇਹ ਮਨੁੱਖ ਨੂੰ ਅਸੀਂ ਕਹਿੰਦੇ ਭਾਵੇਂ 84 ਲੱਖ ਜੂਨਾਂ ਦਾ ਸਰਦਾਰ ਹਾਂ, ਸਤਿਪੁਰਖਾਂ ਨੇ ਨੂੰ ਧਰਤੀ ਦਾ ਮਾਲਕ, ਧਰਤੀ ਦਾ ਰਾਜਾ ਕਿਹਾ ਹੈ। ਅਰੇ ਧਰਤੀ ਦਾ ਰਾਜਾ ਪਰੇਸ਼ਾਨ ਹੀ ਬੜਾ ਹੈ, ਦੁੱਖਾਂ 'ਚ ਘਿਰਿਆ ਹੋਇਆ। ਖਾਸ ਕਰਕੇ ਜਿਸ ਦੌਰ 'ਚ ਅੱਜ ਆਪਾਂ ਗੁਜ਼ਰ ਗਏ ਹਾਂ, ਵੈਸੇ ਤੇ ਮਨੁੱਖ ਦੀ ਜ਼ਿੰਦਗੀ ਦਾ ਕੋਈ ਵੀ ਸਮਾਂ ਤੁਸੀਂ ਦੇਖੋ, ਮਨੁੱਖ ਅੰਦਰੋਂ ਡਰਿਆ ਹੁੰਦਾ ਹੈ, ਮਨੁੱਖ ਅੰਦਰੋਂ ਸਹਿਮਿਆ ਹੁੰਦਾ ਹੈ। ਪਤਾ ਨਹੀਂ ਕਿੰਨੇ ਕੁ ਦੁੱਖ, ਕਿੰਨੀਆਂ ਰੁਕਾਵਟਾਂ ਸਾਡੀ ਜ਼ਿੰਦਗੀ ਵਿੱਚ ਆ ਕੇ ਸਾਨੂੰ ਰੋਕਦੀਆਂ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕਿ ਸਾਨੂੰ ਜੀਉਣ ਦੀ ਜਾਂਚ ਨਹੀਂ ਆਈ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਧ ਨਾਏ, ਗੁਰ ਕੇ ਭਾਣੇ ਜੇ ਚੱਲੇ ਤਾਂ ਜੀਵਨ ਪਦਵੀ ਪਾਈ। ਇਹ ਜੀਵ ਜਿਹੜਾ ਮੋਹ ਮਾਇਆ ਦੇ ਦੁੱਖਾਂ 'ਚ ਪੈ ਕੇ ਮਰ ਰਿਹਾ ਹੈ ਨਾ, ਇਹਦੇ ਕਾਰਨ ਇਹ ਹੈ ਕਿ ਇਹਨੂੰ ਜੀਉਣ ਦੀ ਜਾਂਚ ਨਹੀਂ ਹੈ। ਜੇ ਗੁਰੂ ਕੇ ਭਾਣੇ 'ਚ ਆ ਕੇ ਇਹ ਜੀਵਨ ਜਾਂਚ ਸਿੱਖ ਲਏ ਤੇ ਜ਼ਿੰਦਗੀ ਦੀ ਜੋ ਪਦਵੀ ਹੈ, ਜ਼ਿੰਦਗੀ ਦਾ ਜੋ ਸਿਖਰ ਹੈ, ਜ਼ਿੰਦਗੀ ਦਾ ਜੋ ਮਕਸਦ ਹੈ, ਉਸ ਨੂੰ ਇਹ ਮਾਣ ਸਕਦਾ ਹੈ। ਜੇ ਜੀਉਣ ਦੀ ਜਾਂਚ ਨਹੀਂ ਹੈ ਤੇ ਜ਼ਿੰਦਗੀ 'ਚ ਦੁੱਖ ਹੀ ਦੁੱਖ ਨੇ। ਅਕਸਰ ਆਪਾਂ ਕਹਿੰਦੇ ਅੱਜ ਕੱਲ੍ਹ ਇੱਕ ਗੱਲ ਚੱਲ ਰਹੀ ਕਿ ਜਿਹਦੀ ਇਮਿਊਨਿਟੀ ਤਗੜੀ ਹੈ ਨਾ, ਉਹਦੇ ਤੇ ਆ ਜੋ ਵਾਇਰਸ ਹੈ ਇਹਦਾ ਅਸਰ ਨਹੀਂ ਹੋਏਗਾ। ਗੱਲ ਕੱਲੀ ਇਸ ਵਾਇਰਸ ਦੀ ਨਹੀਂ ਹੈ। ਜੇ ਤੁਸੀਂ ਅੰਦਰੋਂ ਤਗੜੇ ਹੋ, ਤੁਹਾਡੀ ਇਮਿਊਨਿਟੀ ਤਗੜੀ, ਕੋਈ ਵੀ ਦੁੱਖ ਤੁਹਾਡੇ ਤੇ ਭਾਰੂ ਨਹੀਂ ਹੋ ਸਕਦਾ। ਤੁਸੀਂ ਦੁੱਖ ਵਿੱਚ ਵੀ ਸੁੱਖ ਨੂੰ ਮਨਾ ਸਕਦੇ ਹੋ।
ਕੁਦਰਤ ਦਾ ਇੱਕ ਨੇਚਰ ਹੈ। ਪਰਮਾਤਮਾ ਨੇ ਜੋ ਇਹ ਜਿਹੜਾ ਯੂਨੀਵਰਸ ਬਣਾਇਆ, ਬ੍ਰਹਿਮੰਡ ਬਣਾਇਆ ਨਾ, ਇਹ ਕਿਸੇ ਕਾਨੂੰਨ ਦੇ ਅਧੀਨ ਚੱਲਦਾ ਹੈ, ਜਿਹਨੂੰ ਆਪਾਂ ਲਾਅ ਆਫ ਨੇਚਰ ਕਹਿੰਦੇ ਹਾਂ, ਲਾਅ ਆਫ ਐਨਰਜੀ। ਆਪਾਂ ਦੇਖਦੇ ਹਾਂ ਸੂਰਜ ਹੈ, ਸੂਰਜ ਦੀ એનર્ਜੀ ਦੇ ਨਾਲ ਇਹ ਜਗਤ ਦੇ ਵਿੱਚ ਹਰਿਆਵਲ ਹੈ, ਸਾਨੂੰ ਤਾਕਤ ਮਿਲਦੀ ਹੈ। ਇਸੇ ਤਰੀਕੇ ਦੇ ਨਾਲ ਬਿਜਲੀ ਹੈ, ਬਿਜਲੀ ਨੂੰ ਤੁਸੀਂ ਦੇਖ ਨਹੀਂ ਸਕਦੇ, ਬਿਜਲੀ ਨੂੰ ਤੁਸੀਂ ਫੜ ਨਹੀਂ ਸਕਦੇ, ਬਿਜਲੀ ਦਾ ਤੁਸੀਂ ਰੰਗ ਦੱਸ ਨਹੀਂ ਸਕਦੇ, ਪਰ ਬਿਜਲੀ ਤੋਂ ਅਸੀਂ ਕਿੰਨੇ ਕੰਮ ਲੈਨੇ ਆ, એનર્ਜੀ ਤੋਂ ਆਪਾਂ ਕਿੰਨੇ ਸੁੱਖ ਲੈਨੇ, ਪੱਖੇ ਚੱਲਦੇ ਨੇ, ਏਸੀ ਚੱਲਦੇ ਨੇ। ਬਿਲਕੁਲ ਇਸੇ ਤਰੀਕੇ ਦੇ ਨਾਲ ਪਰਮਾਤਮਾ ਨੇ ਇੱਕ ਸਾਨੂੰ ਸ਼ਕਤੀ ਦਿੱਤੀ, ਜਿਹਨੂੰ ਆਪਾਂ ਪ੍ਰਾਣ ਸ਼ਕਤੀ ਕਹਿੰਦੇ ਆ। ਉਸ ਪ੍ਰਾਣ ਸ਼ਕਤੀ ਦੇ ਨਾਲ ਅਸੀਂ ਚੱਲਦੇ ਫਿਰਦੇ ਹਾਂ। ਜਦੋਂ ਪਰਮਾਤਮਾ ਆਪਣੀ ਪ੍ਰਾਣ ਸ਼ਕਤੀ ਸਾਡੇ ਕੋਲੋਂ ਵਾਪਸ ਲੈ ਲੈਂਦਾ, ਫਿਰ ਸਭ ਮੁਰਦਾ ਗਿਣੇ ਜਾਂਦੇ ਆ। ਉਹ ਜਿਹੜੀ ਪ੍ਰਾਣ ਸ਼ਕਤੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਜ਼ਿੰਦਗੀ 'ਚ ਉਹਨੂੰ ਤੁਸੀਂ ਵਧਾ ਸਕਦੇ ਹੋ, ਉਹਨੂੰ ਤੁਸੀਂ ਘਟਾ ਵੀ ਸਕਦੇ ਹੋ। ਜਦੋਂ ਜ਼ਿੰਦਗੀ 'ਚ ਅਸੀਂ ਪਰਮਾਤਮਾ ਨਾਲੋਂ ਟੁੱਟ ਕੇ, ਇਵੇਂ ਕਹਿ ਲਓ ਰੱਬ ਦੀ ਰਜ਼ਾ ਤੋਂ ਉਲਟ ਚੱਲ ਕੇ ਔਗੁਣਾਂ ਦੇ ਨਾਲ ਜੁੜਦੇ ਜਾਵਾਂਗੇ, ਤਿਉਂ ਤੋਂ ਤੁਸੀਂ ਅੰਦਰੋਂ ਕਮਜ਼ੋਰ ਹੁੰਦੇ ਜਾਓਗੇ, ਤਿਉਂ ਤੋਂ ਰੋਗ ਤੁਹਾਡੇ ਤੇ, ਨਿੱਕੀਆਂ ਨਿੱਕੀਆਂ ਮੁਸ਼ਕਲਾਂ ਵੀ ਤੁਹਾਨੂੰ ਵੱਡੀਆਂ ਨਜ਼ਰ ਆਉਣਗੀਆਂ, ਜ਼ਿੰਦਗੀ ਦੇ ਅੰਦਰ ਅਨੇਕਾਂ ਵਿਪਤਾਵਾਂ ਨਜ਼ਰ ਆਉਣਗੀਆਂ। ਜਦੋਂ ਤੁਸੀਂ ਪ੍ਰਮਾਤਮਾ ਦੇ ਪਿਆਰ ਜੁੜ ਜਾਓਗੇ, ਉਦੋਂ ਤੁਸੀਂ ਅੰਦਰੋਂ ਸਟਰੋਂਗ ਹੁੰਦੇ ਜਾਓਗੇ, ਬਲਵਾਨ ਹੁੰਦੇ ਜਾਓਗੇ। ਇਸ ਕਰਕੇ ਉਸ ਹਰ ਮਨੁੱਖ ਜਿਹੜਾ ਹੈ ਨਾ, ਉਹਦੀ ਜ਼ਿੰਦਗੀ 'ਚ ਹਰ ਰੋਜ਼ ਹਜ਼ਾਰਾਂ ਖਿਆਲ ਆਉਂਦੇ ਨੇ, ਥਾਟ ਆਉਂਦੇ ਨੇ। ਜੋ ਖਿਆਲ ਹੁੰਦੇ ਨੇ, ਉਹਨਾਂ ਖਿਆਲਾਂ ਦੇ ਨਾਲ ਹੀ ਸਾਡੀ ਉਹ ਸ਼ਕਤੀ ਜਿਹੜੀ ਵੱਧਦੀ ਤੇ ਘਟਦੀ ਰਹਿੰਦੀ ਹੈ, ਜਿਹਨੂੰ ਆਪਾਂ ਇਮਿਊਨਿਟੀ ਵੀ ਕਹਿ ਸਕਦੇ ਹਾਂ। ਔਰ ਜੋ ਸਾਡੇ ਖਿਆਲ ਹੁੰਦੇ ਨੇ, ਉਹਨਾਂ ਖਿਆਲਾਂ ਦੇ ਨਾਲ ਸਾਡਾ ਇੱਕ ਔਰਾ ਬਣਦਾ, ਜਿਹਨੂੰ ਆਪਾਂ ਮੰਡਲ ਕਹਿੰਦੇ, ਪ੍ਰਕਾਸ਼ ਚੱਕਰ ਬਣਦਾ। ਮਨੁੱਖ ਮਾੜੇ ਕੰਮ ਕਰੇਗਾ, ਉਹਦਾ ਪ੍ਰਕਾਸ਼ ਚੱਕਰ ਮਾੜਾ ਹੋਏਗਾ, ਕਮਜ਼ੋਰ ਹੋਏਗਾ, ਉਹਦੇ ਤੇ ਦੁੱਖ ਜਲਦੀ ਭਾਰੂ ਹੋ ਜਾਣਗੇ, ਉਹ ਦੁੱਖਾਂ ਦੇ ਅਧੀਨ ਹੋ ਜਾਏਗਾ, ਦੁਖੀ ਹੋ ਜਾਏਗਾ। ਜਿੰਨਾ ਮਨੁੱਖ ਵਧੀਆ ਥਾਟ ਲਿਆਏਗਾ, ਵਧੀਆ ਖਿਆਲ ਲਏਗਾ, ਵਧੀਆ ਕੰਮ ਕਰੇਗਾ, ਉਹਨਾਂ ਮਜ਼ਬੂਤ ਹੁੰਦਾ ਜਾਏਗਾ। ਤੁਸੀਂ ਕਦੀ ਰੱਬੀ ਪਿਆਰਿਆਂ ਦੀਆਂ ਤਸਵੀਰਾਂ ਦੇਖਦੇ, ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾਉਣ ਦਾ ਹੁਕਮ ਤਾਂ ਨਹੀਂ ਕੈਲੰਡਰਾਂ ਵਾਲਿਆਂ ਨੇ ਬਣਾਈਆਂ ਨੇ, ਹੋਰ ਅਵਤਾਰਾਂ ਦੀਆਂ, ਦੇਵੀ ਦੇਵਤਿਆਂ ਦੀਆਂ ਬਣਾਈਆਂ ਨੇ। ਉਹਨਾਂ ਦੇ ਦੁਆਲੇ ਇੱਕ ਨਾ ਚੱਕਰ ਜਿਹਾ ਹੁੰਦਾ, ਜਿਹਨੂੰ ਪ੍ਰਕਾਸ਼ ਚੱਕਰ ਕਹਿੰਦੇ ਨੇ, ਉਹਨੂੰ ਔਰਾ ਕਿਹਾ ਜਾਂਦਾ ਹੈ। ਰੱਬੀ ਪਿਆਰਿਆਂ ਦਾ ਜਿਹੜਾ ਔਰਾ ਇੰਨਾ ਤਗੜਾ ਹੁੰਦਾ, ਪ੍ਰਕਾਸ਼ ਹੁੰਦਾ, ਉਹ ਜਿੱਥੇ ਜਾਂਦੇ ਨੇ ਪ੍ਰਕਾਸ਼ ਕਰਦੇ ਨੇ। ਹਰ ਮਨੁੱਖ ਦੇ ਦੁਆਲੇ ਨਹੀਂ ਹੁੰਦਾ, ਕਿਉਂਕਿ ਅਸੀਂ ਉਹਨੂੰ ਕਮਜ਼ੋਰ ਕਰ ਬੈਠੇ ਹਾਂ। ਉਹਨੂੰ ਤਗੜਿਆਂ ਕਰਨ ਦਾ, ਉਹਨੂੰ ਮਜ਼ਬੂਤ ਕਰਨ ਦਾ ਇੱਕ ਤਰੀਕਾ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ। ਉਹ ਤਰੀਕਾ ਕੀ ਹੈ? ਤੁਹਾਡੀ ਜ਼ਿੰਦਗੀ 'ਚ ਵਿਚਾਰ ਵਧੀਆ ਹੋਣ। ਉਹ ਤਰੀਕਾ ਕੀ ਹੈ? ਜ਼ਿੰਦਗੀ ਤੁਸੀਂ ਪਰਉਪਕਾਰ ਕਰੋ। ਸਾਡਾ 3 ਤਰ੍ਹਾਂ ਦਾ ਜੀਵਨ ਹੈ, ਇਵੇਂ ਕਹਿ ਲਓ ਜੀਵਨ ਦੇ 3 ਲੈਵਲ ਨੇ, 3 ਪੱਧਰ ਨੇ। ਸਾਡਾ ਇੱਕ ਆਤਮਿਕ ਜੀਵਨ ਹੈ, ਸਾਡਾ ਇੱਕ ਸਰੀਰਕ ਜੀਵਨ ਹੈ, ਸਾਡਾ ਇੱਕ ਸਮਾਜਿਕ ਜੀਵਨ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਤਿੰਨਾਂ ਪੱਖ ਤੋਂ ਮਜ਼ਬੂਤ ਹੋਣ ਦੇ ਲਈ ਇੱਕ ਬੜੀ ਸੋਹਣੀ ਦਾਤ ਦਿੱਤੀ ਹੈ, ਉਹ ਹੈ ਨਾਮ, ਦਾਨ, ਇਸ਼ਨਾਨ। ਜਦੋਂ ਤੁਸੀਂ ਪਰਮਾਤਮਾ ਦੇ ਸਿਮਰਨ ਜੁੜੋਗੇ, ਅੰਮ੍ਰਿਤ ਵੇਲੇ ਕੇ ਵਾਹਿਗੁਰੂ ਜੀ ਦੀ ਬੰਦਗੀ 'ਚ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜੋਗੇ, ਤੁਸੀਂ ਅੰਦਰੋਂ ਪਿਓਰ ਹੁੰਦੇ ਜਾਓਗੇ, ਅੰਦਰੋਂ ਪਵਿੱਤਰ ਹੁੰਦੇ ਜਾਓਗੇ। ਜਿੰਨੇ ਤੁਸੀਂ ਅੰਦਰੋਂ ਪਵਿੱਤਰ ਹੋਵੋਗੇ, ਉਹਨੇ ਵਿਚਾਰ ਤੁਹਾਡੇ ਵਧੀਆ ਬਣਦੇ ਜਾਣਗੇ, ਥਾਟ ਤੁਹਾਡੇ ਵਧੀਆ ਹੁੰਦੇ ਜਾਣਗੇ, ਉਹਨੇ ਤੁਹਾਡੇ ਥਾਟ ਨਿਰਮਲ ਹੋਣਗੇ, ਉਹਨਾਂ ਤੁਹਾਡਾ ਔਰਾ ਜਿਹੜਾ ਉਹ ਤਗੜਾ ਹੁੰਦਾ ਚਲਿਆ ਜਾਏਗਾ। ਜਿੰਨੇ ਤੁਸੀਂ ਅੰਦਰੋਂ ਪਵਿੱਤਰ ਹੋਵੋਗੇ, ਉਹਨਾਂ ਤੁਸੀਂ ਕਦੀ ਕਿਸੇ ਦਾ ਦਿਲ ਨਹੀਂ ਦਿਖਾਓਗੇ, ਕਿਸੇ ਦਾ ਹੱਕ ਨਹੀਂ ਮਾਰੋਗੇ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਆਤਮਿਕ ਤੌਰ ਤੇ ਬਲਵਾਨ ਹੋਣ ਦੇ ਲਈ ਦਾਤ ਦਿੱਤੀ ਹੈ ਨਾਮ। ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋ, ਵਾਹਿਗੁਰੂ ਜੀ ਦੀ ਬੰਦਗੀ ਕਰੋ, ਉੱਠਦਿਆਂ ਬੈਠਦਿਆਂ ਉਸ ਪ੍ਰਮਾਤਮਾ ਨੂੰ ਚਿੱਤੇ ਰੱਖੋ। ਨਾਮ ਜਪਣ ਨਾਲ ਆਤਮਿਕ ਤੌਰ ਤੇ ਅਸੀਂ ਉੱਚੇ ਉੱਠਦੇ ਹਾਂ, ਬਲਵਾਨ ਹੁੰਦੇ ਹਾਂ, ਪਵਿੱਤਰ ਹੁੰਦੇ ਹਾਂ। ਪਰ ਜਦੋਂ ਨਾਮ ਨਾਲੋਂ ਟੁੱਟਦੇ, ਅੰਦਰ ਕੀ ਆਪੇਗਾ? ਬੁਰੀਆਂ ਗੱਲਾਂ ਹੋਣਗੀਆਂ, ਮਾੜੀਆਂ ਗੱਲਾਂ ਹੋਣਗੀਆਂ। ਜਿੰਨੇ ਔਗਣ ਨੇ ਉਹਨੇ ਤੁਸੀਂ ਬੰਧਨਾਂ 'ਚ ਫਸਦੇ ਜਾਓਗੇ, ਜਿੰਨੇ ਔਗਣ ਨੇ ਉਹਨੇ ਤੁਸੀਂ ਕਮਜ਼ੋਰ ਹੁੰਦੇ ਚਲੇ ਜਾਓਗੇ। ਦੇਖ ਲਓ, ਇੱਕ ਗਲਤੀ ਕਰ ਲਈਏ ਨਾ, ਭਾਵੇਂ ਕਿਸੇ ਨੂੰ ਪਤਾ ਨਹੀਂ, ਅਸੀਂ ਅੰਦਰ ਸਾਡੀ ਹੀਣ ਭਾਵਨਾ ਜੀ ਭਰ ਜਾਂਦੀ, ਅੰਦਰੋਂ ਕਮਜ਼ੋਰ ਹੋ ਜਾਂਦੇ ਹਾਂ। ਇੱਕ ਚੰਗਾ ਕੰਮ ਕਰ ਲਈ, ਅੰਦਰ ਇੱਕ ਸਵੈਮਾਨ ਪੈਦਾ ਹੁੰਦਾ ਹੈ, ਅੰਦਰ ਸਾਡੇ ਇੱਕ ਨਾ ਆਤਮ ਸਨਮਾਨ ਪੈਦਾ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋ, ਨਾਮ ਦੇ ਨਾਲ ਜੁੜੋ, ਵਾਹਿਗੁਰੂ ਜੀ ਦੀ ਬੰਦਗੀ ਕਰੋ, ਉੱਠਦਿਆਂ ਪੈਰਦਿਆਂ ਉਸ ਪ੍ਰਮਾਤਮਾ ਨੂੰ ਚੇਤੇ ਰੱਖੋ। ਅਗਲੀ ਗੱਲ ਹੈ ਇਸ਼ਨਾਨ। ਇਸ਼ਨਾਨ ਦਾ ਅਰਥ ਕੇਵਲ ਅੰਮ੍ਰਿਤ ਵੇਲੇ ਉੱਠ ਕੇ ਸਰੀਰਕ ਤੌਰ ਤੇ ਨਹਾਉਣ ਤੋਂ ਨਹੀਂ ਹੈ। ਦੇਖੋ, ਅੰਮ੍ਰਿਤ ਵੇਲੇ ਉੱਠ ਕੇ ਜਿੱਥੇ ਸਰੀਰਕ ਤੌਰ ਤੇ ਇਸ਼ਨਾਨ ਕਰਨਾ ਹੈ, ਉੱਥੇ ਸੁਰਤ ਨੂੰ ਗੁਰਬਾਣੀ ਦੇ ਰਾਹੀਂ ਪਵਿੱਤਰ ਕਰਨਾ ਹੈ, ਸੁਰਤ ਨੂੰ ਗੁਰਬਾਣੀ 'ਚ ਇਸ਼ਨਾਨ ਕਰਾਉਣਾ ਹੈ। ਇਸ਼ਨਾਨ ਦਾ ਅਰਥ ਬੜਾ ਵਿਸਥਾਰ ਵਿੱਚ ਹੈ।
अपने आचार नूं, अपनी विचार नूं, अपने किरदार नूं, अपने आहार नूं मैल तो रहत रखना, इनू इशनान किया जाता है। परमात्मा दे प्यार जुड़ के अपना आचार, अपना विहार, अपनी विचार, अपना आहार, अपना किरदार पवित्र रखना, ये इशनान है। जदों तुसीं इशनान नाल जुड़ोगे तुहाडा सरीरक जीवन जिहड़ा वो तंदुरुस्त होएगा। बारी तौर पर इशनान भी असीं तंदुरुस्ती लई करते हैं, वो जरूरी है सफाई दे लई, सफाई दे नाल तंदुरुस्ती मिलती है। लेकिन तंदुरुस्ती केवल बाहरले इशनान नाल नहीं है। तंदुरुस्ती तां भी आएगी जदों तुहाडा किरदार वधिया होएगा, जदों तुहाडा विचार वधिया होएगा, जदों तुहाडा आहार वधिया होएगा। अज साडी जिंदगी च बहुते रोगां दा कारण साडे विचार ने। डॉक्टर को जावांगे, डॉक्टर साहब कहणगे तू चिंता बड़ी करदा है, तू सोचदा बड़ा है, तेरा ब्लड प्रेशर तां वधदा है। इसका मतलब विचार माड़े होए साडा शरीर रोगी हो गया। बाबा फरीद साहब जी ने एक बड़ी मनोविज्ञान गल कही है, कहण लगे बुरे दा भला कर, गुस्सा मन ना हंडाए, देही रोग न लगे पल्ले सब किछ पाए। ਉਹ ਬੰਦੇ ਆ ਬੁਰਿਆਂ ਦਾ ਵੀ ਭਲਾ ਕਰਿਆ ਕਰ, ਤੈਨੂੰ ਰੋਗ ਹੀ ਕੋਈ ਨਹੀਂ ਲੱਗੇਗਾ। ਕੋਈ ਪੁੱਛੇਗਾ ਕਿ ਬੁਰਿਆਂ ਦਾ ਭਲਾ ਕਰਨ ਦੇ ਨਾਲ ਸਰੀਰ ਦੇ ਰੋਗਾਂ ਦਾ ਕੀ ਸੰਬੰਧ ਹੈ? ਜਦੋਂ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ ਤੁਹਾਡੇ ਮਨ 'ਚ ਚਿੰਤਾ ਆਉਂਦੀ ਹੈ, ਤੁਹਾਡੇ ਅੰਦਰੋਂ ਉਹ ਸ਼ਕਤੀ ਕਮਜ਼ੋਰ ਹੁੰਦੀ ਹੈ, ਉਦੋਂ ਤੁਸੀਂ ਰੋਗਾਂ ਝਗੜਦੇ ਚਲੇ ਜਾਂਦੇ ਹੋ। ਰੋਗ ਪਹਿਲਾਂ ਮਨ ਵਿੱਚ ਆਉਂਦਾ ਹੈ, ਜਿਵੇਂ ਧਰਤੀ 'ਚ ਬੀਜ ਲੁਕਿਆ ਹੁੰਦਾ ਨਜ਼ਰ ਨਹੀਂ ਆਉਂਦਾ, ਜਦੋਂ ਉਗਦਾ ਬੂਟਾ ਫਿਰ ਪਤਾ ਲੱਗਦਾ ਹੈ। ਐਵੇਂ ਸਭ ਤੋਂ ਪਹਿਲਾਂ ਰੋਗ ਸਾਡੇ ਮਨ ਵਿੱਚ ਆਉਂਦਾ ਹੈ। मन च बुरे ख्याल ने, मन च ईर्खा है, मन च असीं बुराइयां संभी बैठे हैं, अंदरों रोगी हाँ। शरीर ते रोग आएगा आएगा, उन्होंने कोई रोक नहीं सकेगा। जे शरीर ते रोग आ गया, रोग दवाइयां नाल ठीक नहीं होने। दवाइयां भी जरूरी ने, पर रोगां नूं ठीक करने के लिए सब तो पहला अपनी मनो विचारधारा नूं ठीक करने की लोड़ है। सतगुरु जी कहते इशनान, इशनान दे नाल तुसीं शरीरक तौर पर तंदुरुस्त होगे। अगली गल है दान। दान का अर्थ यह है कि आप जिंदगी च ज्ञानवान बन के, गुणवान बन के, उच्चे उठ के, धन करके, पदार्थ करके, फिर उन्होंने लोगों को जिहड़े पछड़ के ने उन्होंने अगे वधाउण दा यतन करना। दान दा अर्थ कल्ला कोई रुपये देण तो जां रोटी खवाउण तो नहीं है। तुसीं देखदे नहीं आ फोटो खिचाउण लई एक हत्थ च रोटियां फड़ाइयां, दूजे बन्ने कैमरा लैके खड़े, कोई दानी नहीं है, हंकारी लोग ने। इहो जिहा दान सानू साडे सतगुरु जी ने नहीं दिता फोटो खिचाउण वाला। दान का अर्थ है कि हथों देना आप जनाया, हथों दे के किसी को पता ही ना लगे। दान का अर्थ कि वो काम, हर काम जिहदे राहीं तुसीं समाज नूं डिवेलप करदे हो, वो काम जिहदे राहीं लोकां दे अंदर जीउण दा चाह पैदा हुंदा है, कहंदे ने उहनूं दान किया जांदा है। महात्मा गौतम बुद्ध जी दे कोल एक व्यक्ति आ गया, कहण लगा जी मैं गरीब क्यों है? कहण लगा तू कदी किसी नूं दित्ता ही कुछ नहीं, दान ही नहीं किता, गरीब तू तां है। कहंदा जी मैं देना कि मैं ते गरीब हाँ, मेरे कोल ते पैसा ही कोई नहीं है। वो कहणगे पैसा ही कोई दान नहीं हुंदा, तैनूं रब ने बहुत कुछ दिता है। तेनू रब ने सोहना चेहरा दिता है, रब ने सोहना मुंह दिता है, रब ने सोहना दिल दिता है, रब ने सोहना तेनू स्वरूप दिता है, शरीर दिता है, तू तो बहुत कुछ दे सकता है। हर बंदा बहुत अमीर है। तुसी चेहरे दे नाल किसी नूं मुस्कुराहट दे दिओ ना, वो देख के खुश हो जाएगा। तुसी मुख तो कुछ मिठे बोल बोल दिओ, किसी नूं हौसला कर दिओ, किसी नूं एप्रीशिएट कर दिओ, किसी दे गुणां दी तारीफ कर दिओ, ਉਹਦਾ ਮਨੋਬਲ ਵੱਧ ਜਾਏਗਾ, ਉਹਦੇ ਅੰਦਰ ਹੌਸਲਾ ਪੈਦਾ ਹੋ ਜਾਏਗਾ। ਤੁਹਾਨੂੰ ਵਾਹਿਗੁਰੂ ਜੀ ਨੇ ਇਹ ਸੋਹਣਾ ਸਰੀਰ ਦਿੱਤਾ ਹੈ, ਹੱਥਾਂ ਦੇ ਰਾਹੀਂ ਪਰਉਪਕਾਰ ਕਰਦੇ ਹੋ, ਹੱਥਾਂ ਦੇ ਰਾਹੀਂ ਤੁਸੀਂ ਕਿਸੇ ਦੀ ਸੇਵਾ ਕਰਦੇ ਹੋ, ਕਿਸੇ ਨੂੰ ਪੱਖਾ ਚੱਲਦੇ ਹੋ। ਇਵੇਂ ਕਹਿ ਲਓ ਕਿ ਨਿੱਕੇ ਨਿੱਕੇ ਕੰਮਾਂ ਦੇ ਨਾਲ ਬੁਝੇ ਹੋਏ ਦੀਵੇ ਜਗਾਏ ਜਾ ਸਕਦੇ ਨੇ। ਇਸ ਕਰਕੇ ਦਾਨ ਦਾ ਅਰਥ ਕੋਈ ਰੁਪਈਏ ਦੇਣ ਤੋਂ ਨਹੀਂ ਹੈ। ਜੇ ਰੱਬ ਨੇ ਦਿੱਤੇ ਨੇ ਉਹਦੇ ਰਾਹੀਂ ਵੀ ਸੇਵਾ ਕਰਨਾ ਉੱਤਮ ਗੱਲ ਹੈ, ਪਰ ਦਾਨ ਦਾ ਅਰਥ ਉਹ ਹਰ ਕਰਮ ਜਿਹਦੇ ਰਾਹੀਂ ਲੋਕਾਂ ਦੇ ਅੰਦਰ ਉਤਸ਼ਾਹ ਪੈਦਾ ਹੋਵੇ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਮਾਜ ਨੂੰ ਵਧੀਆ ਬਣਾਉਣ ਦੇ ਲਈ, ਸਾਡਾ ਆਤਮਿਕ ਜੀਵਨ ਵਧੀਆ ਬਣੇਗਾ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ। ਸਾਡਾ ਸਰੀਰਕ ਜੀਵਨ ਵਧੀਆ ਬਣੇਗਾ ਜਦੋਂ ਅਸੀਂ ਇਸ਼ਨਾਨ ਨਾਲ ਜੁੜਾਂਗੇ। ਵਿਚਾਰ, ਆਚਾਰ, ਕਿਰਦਾਰ, ਆਹਾਰ ਸਾਡਾ ਪਵਿੱਤਰ ਹੋਵੇਗਾ ਔਰ ਸਾਡਾ ਸਮਾਜਿਕ ਜੀਵਨ ਉਦੋਂ ਵਧੀਆ ਬਣੇਗਾ। ਸਮਾਜ ਨੂੰ ਕਿਸੇ ਗੌਰਮੈਂਟ ਨੇ ਵਧੀਆ ਨਹੀਂ ਬਣਾਉਣਾ, ਇਹ ਗੱਲ ਚੇਤੇ ਰੱਖਿਓ। ਇਸ ਸਮਾਜ ਨੂੰ ਵਧੀਆ ਬਣਾਉਣ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਘਾਲਣਾ ਘਾਲੀ ਹੈ, ਲੱਖਾਂ ਨਹੀਂ ਹਜ਼ਾਰਾਂ ਸਾਲਾਂ ਤੋਂ ਘਾਲਣਾ ਘਾਲੀ ਹੈ। ਆਪਾਂ ਸਾਡਾ ਸਮਾਜ ਨਿਗਰਦਾ ਹੀ ਚੱਲਿਆ ਜਾ ਰਿਹਾ। ਅੱਜ ਸਾਡਾ ਸਮਾਜ ਕਿੱਥੇ ਚਲਿਆ ਗਿਆ? ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਉਹਦੀ ਅਰਥੀ ਨੂੰ ਮੋਢਾ ਦੇਣ ਵਾਲਾ ਹੀ ਕੋਈ ਨਹੀਂ ਹੈ। ਇਹੋ ਜਿਹਾ ਸਾਡਾ ਸਮਾਜ ਬਣ ਗਿਆ। ਕਿਸੇ ਸਮਾਜ ਦੀ ਤਸਵੀਰ ਦੇਖਣੀ ਹੈ ਤੇ ਔਖੇ ਸਮੇਂ ਤੇ ਦੇਖੀ ਜਾ ਸਕਦੀ ਹੈ ਕਿ ਮੁਰਦੇ ਦੇ ਨਾਲ ਤੁਰਨ ਲਈ ਤਿਆਰ ਕੋਈ ਨਹੀਂ ਹੈ। ਉਹਦੀ ਆਪਣੀ ਲੋਥ ਨੂੰ ਮੋਢਿਆਂ ਤੇ ਚੁੱਕ ਕੇ ਇੱਕ ਬੰਦਾ ਇਕੱਲਾ ਤੁਰੀ ਜਾ ਰਿਹਾ। ਇਹ ਸਾਡਾ ਸਮਾਜ ਹੈ। ਸਮਾਜ ਗੌਰਮੈਂਟ ਦੇ ਕਾਨੂੰਨਾਂ ਨਾਲ ਨਹੀਂ ਬਣਦਾ ਹੁੰਦਾ। ਸਮਾਜ ਨੂੰ ਸਿਰਜਣਾ ਹੁੰਦਾ ਧਰਮ ਨੇ। ਅੱਜ ਕਿਹਾ ਜਾਂਦਾ ਜੀ ਧਰਮ ਦੀ ਲੋੜ ਕੋਈ ਨਹੀਂ ਹੈ, ਧਰਮ ਸਥਾਨ ਤੇ ਜਾਣ ਦੀ ਲੋੜ ਕੋਈ ਨਹੀਂ ਹੈ, ਸਿਮਰਨ ਕਰਨ ਦੀ ਕੋਈ ਲੋੜ ਨਹੀਂ ਹੈ, ਧਰਮ ਗ੍ਰੰਥ ਪੜ੍ਹਨ ਦੀ ਕੋਈ ਲੋੜ ਨਹੀਂ ਹੈ। ਜਿੰਨੇ ਮਰਜ਼ੀ ਕਾਨੂੰਨ ਗੌਰਮੈਂਟ ਬਣਾ ਲਏ,
ਉਹ ਸਮਾਜ ਦੇ ਵਿੱਚੋਂ ਭ੍ਰਿਸ਼ਟਾਚਾਰ ਦੂਰ ਨਹੀਂ ਕਰ ਸਕਦੀ। ਗੌਰਮੈਂਟਾਂ ਤੇ ਆਪ ਭ੍ਰਿਸ਼ਟ ਨੇ, ਉਹਨਾਂ ਨੇ ਭ੍ਰਿਸ਼ਟਾਚਾਰ ਕੀ ਦੂਰ ਕਰਨਾ? ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨੇ ਉਹ ਤੇ ਆਪ ਭ੍ਰਿਸ਼ਟ ਨੇ, ਅਦਾਲਤਾਂ ਭ੍ਰਿਸ਼ਟ ਨੇ, ਜੱਜ ਭ੍ਰਿਸ਼ਟ ਨੇ, ਪੁਲਿਸ ਭ੍ਰਿਸ਼ਟ ਹੈ। ਉਹਨਾਂ ਨੇ ਭ੍ਰਿਸ਼ਟਾਚਾਰ ਦੂਰ ਕੀ ਕਰਨਾ? ਭ੍ਰਿਸ਼ਟਾਚਾਰ ਤੁਹਾਡੀ ਸੋਚ ਦੇ ਨਾਲ ਦੂਰ ਹੋਏਗਾ। ਉਹ ਸੋਚ ਤੁਹਾਨੂੰ ਮਿਲੇਗੀ ਵਾਹਿਗੁਰੂ ਜੀ ਦੇ ਸਿਮਰਨ ਚੋਂ, ਧਰਮ ਗ੍ਰੰਥਾਂ ਦੇ ਵਿੱਚੋਂ। ਇਸ ਕਰਕੇ ਜਦੋਂ ਤੁਹਾਡੀ ਵਿਚਾਰ ਵਧੀਆ ਹੋਈ, ਤੁਹਾਡਾ ਆਹਾਰ ਵਧੀਆ ਹੋਇਆ, ਸਰੀਰ ਤੰਦਰੁਸਤ ਹੋਏਗਾ, ਇਹ ਸਮਾਜ ਸਿਰਜਣਾ ਹੈ ਤੁਸੀਂ, ਤੇ ਸਮਾਜ ਕਿਵੇਂ ਵਧੀਆ ਬਣੇਗਾ? ਕਿਉਂਕਿ ਜਦੋਂ ਸਮਾਜ ਦੇ ਦੁੱਖ ਦੇਖਦੇ ਆ, ਸਮਾਜ ਦੀ ਵਿਚਾਰਧਾਰਾ ਦੇਖਦੇ ਆ, ਭ੍ਰਿਸ਼ਟਾਚਾਰ ਦੇਖਦੇ, ਲੋਕੀ ਕਿਤੇ ਸਮਾਜ ਹੀ ਛੱਡ ਦਿਓ। ਇਹ ਤੇ ਸਮਾਜ ਬੜਾ ਮਾੜਾ ਹੈ। ਸਮਾਜ ਨੂੰ ਛੱਡ ਕੇ ਧਾਰਮਿਕ ਜੰਗਲਾਂ 'ਚ ਬੈਠੇ, ਤੀਰਥਾਂ ਤੇ ਜਾ ਕੇ ਬੈਠ ਗਏ। ਉਹਨਾਂ ਕਿਹਾ ਜੀ ਇਹ ਸਮਾਜ ਬੜਾ ਮਾੜਾ ਹੈ। ਤੇ ਬਾਬਾ ਨਾਨਕ ਜੀ ਨੇ ਕਿਹਾ ਜੇ ਸਮਾਜ ਮਾੜਾ ਹੈ ਤੇ ਤੁਹਾਡੇ ਕਰਕੇ ਮਾੜਾ ਹੈ, ਕਿਸੇ ਕਰਕੇ ਮਾੜਾ ਨਹੀਂ ਹੈ। ਸਿੱਧਾਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ, ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕੀ ਵਰਤਾਰਾ, ਕਿ ਭਾਰਤ ਭੂਮੀ ਦਾ ਕੀ ਹਾਲ ਚਾਲ ਹੈ? ਸਤਿਗੁਰੂ ਜੀ ਕਹਿਣ ਲੱਗੇ ਬਾਬਾ ਆਖੇ ਨਾ ਜੀ ਸੱਚ ਚੰਦਰਮਾ ਕੂੜ ਅੰਧਾਰਾ। ਸੱਚ ਦਾ ਚੰਦਰਮਾ ਨਾਥ ਜੀ ਅਲੋਪ ਹੋ ਗਿਆ, ਕੂੜ ਦਾ ਹਨੇਰਾ ਪਸਰਿਆ। ਸਿੱਧ ਕਹਿੰਦੇ ਆਖਰ ਕਿਉਂ? ਸਤਿਗੁਰੂ ਜੀ ਕਹਿੰਦੇ ਤੁਹਾਡੇ ਕਰਕੇ। ਸਿੱਧ ਸ਼ਬ ਬੈਠੇ ਪਰਬਤੀ ਕੌਣ ਜਗਤ ਕੋ ਪਾਰੋ ਤਾਰਾ। ਉਹ ਤੁਹਾਡੇ ਵਰਗੇ ਸਿਆਣੇ ਲੋਕੀ ਤੇ ਪਹਾੜਾਂ 'ਚ ਆ ਕੇ ਲੁਕ ਗਏ, ਕੋਈ ਭੋਰਿਆਂ 'ਚ ਲੁਕ ਗਿਆ। ਇਹ ਸਮਾਜ ਦਾ ਪਾਰੋ ਤਾਰੇ ਕਿਨ ਕਰਨਾ? ਸਮਾਜ ਡੁੱਬਦਾ ਕਦੋਂ ਹੈ? ਸਮਾਜ ਡੁੱਬਦਾ ਉਦੋਂ ਆ ਜਦੋਂ ਧਾਰਮਿਕ ਲੋਕ ਭ੍ਰਿਸ਼ਟ ਹੋ ਜਾਣ, ਜਦੋਂ ਧਰਮ ਸਥਾਨਾਂ ਤੇ ਭ੍ਰਿਸ਼ਟਾਚਾਰ ਵਾਪਰਨਾ ਸ਼ੁਰੂ ਹੋ ਜਾਏ। ਥਾਨਸ਼ਟ ਜਗ ਭ੍ਰਿਸ਼ਟ ਹੋਏ ਡੁੱਬਤਾ ਇਵ ਜਗ। ਇਸ ਕਰਕੇ ਧਰਮ ਨੇ ਹੀ ਸਮਾਜ ਨੂੰ ਬਚਾਉਣਾ ਹੈ। ਧਰਮ ਦੇ ਨਾਲ ਜੁੜੇ ਹੋਏ ਲੋਕੀ ਜਾਂ ਜਿਨ੍ਹਾਂ ਨੇ ਜ਼ਿੰਦਗੀ ਅੰਦਰ ਧਰਮ ਨੂੰ ਸਮਝ ਲਿਆ, ਸਮਾਜ ਦੀ ਸਿਰਜਣਾ ਉਹਨਾਂ ਲੋਕਾਂ ਨੇ ਕਰਨੀ ਹੈ। ਸਾਨੂੰ ਧਰਤੀ ਤੇ ਰੱਬ ਨੇ ਭੇਜਿਆ। ਦੇਖੋ ਇਹ ਸੰਸਾਰ ਰੱਬ ਨੇ ਬਣਾਇਆ ਹੈ, ਧਰਤੀ ਰੱਬ ਨੇ ਬਣਾਈ ਹੈ, ਤੇ ਇਸ ਸਮਾਜ ਨੂੰ ਜਾਂ ਧਰਤੀ ਤੇ ਹਰਿਆਵਲ ਨੂੰ ਉਸਾਰੀ ਕਰਨ ਨੂੰ ਮਨੁੱਖ ਨੂੰ ਵਾਹਿਗੁਰੂ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ। ਇਹਦੀ ਉਸਾਰੀ ਮਨੁੱਖ ਨੇ ਕਰਨੀ ਹੈ। ਪਰ ਉਸਾਰੀ ਮਨੁੱਖ ਤਾਂ ਕਰੇਗਾ ਜੇ ਉਹਦੀ ਜ਼ਿੰਦਗੀ 'ਚ ਉਸਾਰੀ ਹੋਏਗੀ, ਜੇ ਜ਼ਿੰਦਗੀ 'ਚ ਗੁਣ ਗ੍ਰਹਿਣ ਕੀਤੇ ਹੋਣਗੇ, ਜੇ ਜ਼ਿੰਦਗੀ ਅੰਦਰ ਉਹਨੇ ਕੋਈ ਸੁੱਖ ਜਾਂ ਇਵੇਂ ਕਹਿ ਲਓ ਆਨੰਦ ਮਾਣਿਆ ਹੋਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕੁਚੱਜੀ ਦੇ ਸਰਲੇਖ ਹੇਠ ਅੰਦਰ ਇਹ ਗੱਲ ਕਹਿ ਕੇ ਕਿ ਅਸੀਂ ਤੇ ਜੀਵਨ ਦਾ ਚੱਜ ਹੀ ਨਹੀਂ ਸਿੱਖਿਆ, ਅਵਗੁਣਾਂ ਨਾਲ ਜੁੜੇ ਹੋਏ ਆ, ਔਰ ਅਸੀਂ ਜ਼ਿੰਦਗੀ ਅੰਦਰ ਉਸ ਪ੍ਰਮਾਤਮਾ ਦਾ ਪਿਆਰ ਕਿਵੇਂ ਲੈ ਸਕਦੇ ਹਾਂ, ਸੁੱਖ ਕਿਵੇਂ ਮਾਣ ਸਕਦੇ ਹਾਂ? ਸਾਡੇ ਦੁੱਖਾਂ ਦਾ ਕਾਰਨ ਕੀ ਹੈ? ਕਿ ਰੱਬ ਨੇ ਜਿਹੜੀਆਂ ਦਾਤਾਂ ਸਾਨੂੰ ਵਰਤਣ ਲਈ ਦਿੱਤੀਆਂ ਸਨ, ਅਸੀਂ ਉਹਨਾਂ ਦੇ ਨਾਲ ਹੀ ਜੁੜ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਘਰ ਸਾਨੂੰ ਰਹਿਣ ਲਈ ਦਿੱਤਾ ਸੀ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ। ਜੇ ਪ੍ਰਸਾਦ ਬਸਿਆ ਸੁਖ ਮੰਦਰ ਤੇ ਸੀ ਤੇ ਆਏ ਸਦਾ ਮਨ ਅੰਦਰ, ਪਰ ਅਸੀਂ ਘਰ ਦਾ ਹੀ ਹੰਕਾਰ ਕਰਨਾ ਸ਼ੁਰੂ ਕਰ ਦਿੱਤਾ। ਘਰ ਬੜਾ ਵੱਡਾ ਸਾਡਾ, ਘਰ ਹੰਕਾਰ ਕਰਨ ਲਈ ਨਹੀਂ ਸੀ, ਘਰ ਤਾਂ ਨਿਰੰਕਾਰ ਦਾ ਸ਼ੁਕਰਾਨਾ ਕਰਨ ਦੇ ਲਈ। ਸਤਿਗੁਰੂ ਜੀ ਇਸ ਮੁਖ ਵਾਕ ਦੇ ਰਾਹੀਂ ਸਾਡੇ ਅਵਗੁਣਾਂ ਦੀ ਗੱਲ ਕਰਦੇ ਆ, ਜਿਵੇਂ ਅਸੀਂ ਜੀਵਨ ਜਾਚ ਨਹੀਂ ਸਕੇ, ਜ਼ਿੰਦਗੀ ਦੇ ਅੰਦਰ ਸੁਚੱਜੇ ਬਣਨ ਦੀ ਜੋ ਪ੍ਰੇਰਣਾ ਕਰ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਆ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਇੱਕ ਵਾਰ ਸਾਰੇ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਕੁਚੱਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇਹ ਪਾਵਨ ਅੰਮ੍ਰਿਤ ਬਚਨ ਕੁਚੱਜੀ ਦੇ ਸਿਰਲੇਖ ਹੇਠ ਅੰਕਿਤ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 762 ਤੇ ਸੁਭਾਈਮਾਨ ਨੇ। ਸਤਿਗੁਰੂ ਜੀ ਪਾਵਨ ਬਾਣੀ ਆਰੰਭ ਕਰਦਿਆਂ, ਸ਼ਬਦ ਆਰੰਭ ਕਰਦਿਆਂ ਪਰਮ ਪਿਤਾ ਵਾਹਿਗੁਰੂ ਜੀ ਦਾ ਮੰਗਲਾਚਰਨ ਕਰ ਰਹੇ ਨੇ ਕਿ ਉਹ ਸਦਾ ਕਾਇਮ ਰਹਿਣ ਵਾਲਾ ਬ੍ਰਹਮ ਸਰੂਪ ਪ੍ਰਮਾਤਮਾ ਕੇਵਲ ਇੱਕ ਹੈ। ਗੁਰੂ ਦੀ ਬਖਸ਼ਿਸ਼ ਸਦਕਾ ਉਹ ਪ੍ਰਾਪਤ ਹੁੰਦਾ ਹੈ। ਮਾਨਿਆ ਕੁਚੱਜੀ ਮਾਵਨ ਡੋਸੜੇ, ਹਉ ਕਿਉ ਸਹੁ ਰਾਵਨ ਜਾਓ ਜੀਓ। ਮੰਝ ਦਾ ਅਰਥ ਹੈ ਮੈਂ, ਕੁਚੱਜੀ ਜਿਹਨੂੰ ਜੀਵਨ ਦਾ ਚੱਜ ਹੀ ਨਹੀਂ ਹੈ, ਜੀਵਨ ਦੀ ਜਾਚ ਨਹੀਂ ਹੈ। ਹੇ ਭੈਣੇ ਮੈਂ ਤਾਂ ਕੁਚੱਜੀ ਹਾਂ, ਮੈਨੂੰ ਜੀਵਨ ਦਾ ਢੰਗ ਨਹੀਂ ਹੈ। ਅਮਾਵਣ ਡੋਸੜੇ, ਦੋਸ਼ ਤੋਂ ਲਫ਼ਜ਼ ਬਣਿਆ ਡੋਸੜੇ, ਮੇਰੇ ਵਿੱਚ ਬੜੇ ਭੈੜੇ ਭੈੜੇ ਔਗਣ ਨੇ, ਦੋਸ਼ ਨੇ। ਅਮਾਵਣ ਦਾ ਅਰਥ ਹੈ ਕਿ ਜਿਹੜੇ ਸਮਾ ਹੀ ਨਹੀਂ ਸਕਦੇ, ਜਿਨ੍ਹਾਂ ਨੂੰ ਲੁਕਾਇਆ ਨਹੀਂ ਜਾ ਸਕਦਾ। ਹੇ ਭੈਣੇ ਮੈਨੂੰ ਜੀਵਨ ਦੀ ਜਾਚ ਨਹੀਂ ਹੈ, ਮੇਰੇ ਵਿੱਚ ਤੇ ਅਨੇਕਾਂ ਹੀ ਦੋਸ਼ ਨੇ, ਔਗਣ ਨੇ, ਜਿਨ੍ਹਾਂ ਨੂੰ ਮੈਂ ਛੁਪਾ ਨਹੀਂ ਸਕਦੀ, ਕਿਤੇ ਉਸਮਾ ਨਹੀਂ ਸਕਦੇ। ਹਉ ਕਿਉ ਸਹੁ ਰਾਵਣ ਜਾਓ ਜੀਓ। ਸਹੁ ਦਾ ਅਰਥ ਪਰਮਾਤਮਾ। ਮੈਂ ਉਸ ਪਰਮਾਤਮਾ ਦੇ ਪਿਆਰ ਨੂੰ ਕਿਵੇਂ ਮਾਣ ਸਕਦੀ ਹਾਂ, ਕਿਉਂਕਿ ਮੇਰੀ ਜ਼ਿੰਦਗੀ 'ਚ ਔਗਣ ਹੀ ਇੰਨੇ ਨੇ, ਬੁਰਾਈਆਂ ਇੰਨੀਆਂ ਨੇ, ਮੈਨੂੰ ਤੇ ਜੀਵਨ ਦੀ ਜਾਚ ਨਹੀਂ ਆਈ। ਦੇਖੋ ਦੁਨੀਆ 'ਚ ਆਪਾਂ ਵਿਸਰਦੇ ਆ ਨਾ,
ਦੁਨੀਆ ਗੁਣਵਾਨਾਂ ਨੂੰ ਪਿਆਰ ਕਰਦੀ ਹੈ। ਸੰਸਾਰ ਦਾ ਇਹ ਸੁਭਾਅ ਹੈ ਕਿ ਗੁਣਵਾਨਾਂ ਨੂੰ ਹਰ ਕੋਈ ਪਿਆਰ ਕਰਦਾ ਹੈ, ਲੇਕਿਨ ਅਵਗੁਣੇ ਆਰੇ ਮਾਨਸ ਹੈ ਭਲੋ ਨਾ ਕਹੇ ਕੋਈ। ਅਵਗੁਣਾਂ ਵਾਲੇ ਨੂੰ ਕੋਈ ਵਧੀਆ ਨਹੀਂ ਕਹਿੰਦਾ। ਜਿੰਨੇ ਤੁਹਾਡੇ ਕੋਲ ਗੁਣ ਹੋਣਗੇ, ਤੁਹਾਡੇ ਕੋਲ ਪੈਸਾ ਹੈ, ਮੁਬਾਰਕ ਹੈ, ਨਹੀਂ ਹੈ ਤੇ ਕੋਈ ਗੱਲ ਨਹੀਂ, ਤੁਹਾਡੇ ਪੱਲੇ ਗੁਣ ਨੇ, ਤੁਹਾਡੇ ਪੱਲੇ ਕੋਈ ਹੁਨਰ ਹੈ, ਤੁਸੀਂ ਜ਼ਿੰਦਗੀ ਜਿੱਥੇ ਜਾਓਗੇ ਦੁਨੀਆ ਤੁਹਾਨੂੰ ਮਾਣ ਦੇਵੇਗੀ। ਇਸ ਕਰਕੇ ਗੁਣਵੰਤੀ ਗੁਣ ਜਿਹੜੇ ਨੇ ਉਹ ਸਾਡੇ ਅਵਗੁਣਾਂ ਦੇ ਬੰਧਨਾਂ ਨੂੰ ਕੱਟਦੇ ਨੇ। ਅਵਗੁਣ ਬੰਧਨ ਨੇ, ਅਵਗੁਣ ਸਾਨੂੰ ਅੰਦਰੋਂ ਕਮਜ਼ੋਰ ਕਰਦੇ ਨੇ, ਅਵਗੁਣ ਸਾਡੀ ਆਤਮਿਕ ਸ਼ਕਤੀ ਨੂੰ ਕਮਜ਼ੋਰ ਕਰਦੇ ਨੇ। ਇਸ ਕਰਕੇ ਭੈਣੇ ਉਹ ਪਰਮਾਤਮਾ ਨੂੰ ਮਿਲਣਾ ਤੇ ਇਵੇਂ ਹੈ ਜਿਵੇਂ ਆਪਾਂ ਕਿਤੇ ਪਹਾੜ ਤੇ ਚੜ੍ਹਨਾ ਹੋਏ, ਪਰਮਾਤਮਾ ਤੱਕ ਪਹੁੰਚਣਾ ਤੇ ਸਾਡੇ ਪੱਲੇ ਤੇ ਗੁਣ ਹੀ ਕੋਈ ਨਹੀਂ ਹੈ। ਇਸ ਕਰਕੇ ਮੈਂ ਉਸ ਪਰਮਾਤਮਾ ਦੇ ਪਿਆਰ ਨੂੰ ਕਿਵੇਂ ਮਾਣ ਸਕਦੀ, ਕਿਉਂਕਿ ਮੇਰੇ ਵਿੱਚ ਬਹੁਤ ਭਾਰੀ ਅਵਗੁਣ ਨੇ, ਦੋਸ਼ ਨੇ। ਇੱਕ ਦੋ ਇੱਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ। ਇਹ ਭੈਣੇ ਪਰਮਾਤਮਾ ਦੇ ਪਿਆਰ ਵਾਲੀਆਂ ਇੱਕ ਦੋ ਇੱਕ ਚੜ੍ਹੰਦੀਆਂ ਰੱਬੀ ਰੰਗ ਵਿੱਚ ਰੰਗੇ ਹੋਏ ਗੁਣਾਂ ਵਾਲੇ ਬੇਅੰਤ ਤੋਂ ਬੇਅੰਤ ਜੀਵ ਨੇ। ਅਸੀਂ ਤੇ ਨਿੱਕੀ ਨਿੱਕੀ ਗੱਲ ਦਾ ਹੰਕਾਰ ਕਰ ਲੈਨੇ ਆ। ਕਿਤੇ ਸੰਗਤ ਵਿੱਚ ਆ ਕੇ ਦੇਖੀਏ, ਦੇਖੋ ਸਾਡੇ ਕੋਲ ਉਹ ਦੇਖਣ ਵਾਲੀ ਦ੍ਰਿਸ਼ਟੀ ਨਹੀਂ ਹੈ। ਸਾਡੇ ਅੰਦਰ ਔਗਣ ਨੇ, ਅਸੀਂ ਬਾਹਰੋਂ ਔਗਣ ਹੀ ਦੇਖਦੇ ਹਾਂ ਔਰ ਔਗਣ ਹੀ ਅਸੀਂ ਇਕੱਤਰ ਕਰਦੇ ਹਾਂ। ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਸੀ ਸਾਂਝ ਕੀਜੈ ਗੁਣਾ ਕੇਰੀ ਛੋੜ ਅਵਗੁਣ ਚਲੀਏ, ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ। ਹਰ ਮਨੁੱਖ ਦੇ ਅੰਦਰ ਪ੍ਰਮਾਤਮਾ ਨੇ ਗੁਣ ਰੱਖੇ ਨੇ। ਗੁਣ ਅਵਗੁਣ ਸਾਰੇ ਹਰ ਮਨੁੱਖ ਦੇ ਅੰਦਰ ਹੁੰਦੇ ਨੇ, ਪਰ ਜਿਹੋ ਜੀ ਤੁਹਾਡੀ ਦ੍ਰਿਸ਼ਟੀ ਹੈ ਨਾ, ਤੁਸੀਂ ਉਹੀ ਕੁਝ ਲੱਭ ਲਓਗੇ। ਬੰਦੇ 'ਚ 100 ਗੁਣ ਹੋਵੇ, 99 ਗੁਣ ਹੋਣ ਤੇ ਕੋਈ ਗਲਤੀ ਹੋ ਜਾਏ, ਕਿਉਂਕਿ ਬੰਦਾ ਭੁੱਲਣਹਾਰ ਹੈ, ਗਲਤੀ ਕਰ ਸਕਦਾ ਹੈ, ਤੇ ਅਸੀਂ ਉਹਦੀ ਇੱਕ ਗਲਤੀ ਨੂੰ ਫਿਰ ਐ ਚੰਗੀ ਤਰ੍ਹਾਂ ਨਸ਼ਰ ਕਰਦੇ, ਛੱਜ 'ਚ ਪਾ ਕੇ ਉਹਨੂੰ ਐ ਛੱਟ ਦਿੰਦੇ ਚੰਗੇ ਤਰੀਕੇ ਨਾਲ। ਉਹਨੇ 99 ਚੰਗੀ ਗੱਲਾਂ ਕੀਤੀਆਂ ਹੋਣ। ਅੱਜ ਤੇ ਇੱਕ ਭਾਵੇਂ ਪੋਲੀਟੀਕਲ ਦੁਨੀਆ ਹੈ, ਭਾਵੇਂ ਕੋਈ ਦੁਨੀਆ ਹੈ, ਵਿਰੋਧੀ ਦੇ ਚੰਗੇ ਬੰਦੇ 'ਚ ਵੀ ਇੱਕ ਔਗੁਣ ਮਿਲ ਜੇ ਤੈਨੂੰ ਰੱਜ ਕੇ ਮੀਡੀਆ ਭੰਡਦਾ, ਰੱਜ ਕੇ ਭੰਡਦਾ, ਕਿਉਂਕਿ ਮੀਡੀਆ ਦੱਸਦਾ ਹੀ ਔਗਣ ਹੈ, ਚੰਗਿਆਈਆਂ ਤੇ ਦੱਸਦਾ ਨਹੀਂ। ਤੇ ਆਪਣੇ ਬੰਦੇ ਦੇ ਬੇਅੰਤ ਔਗਣ ਹੋਣ, ਉਹ ਰੱਜ ਕੇ ਨਕਮਾ ਹੋਏ ਤੇ ਉਹਨੂੰ ਹੀਰੋ ਬਣਾਉਣ 'ਚ ਕੋਈ ਕਸਰ ਨਹੀਂ ਛੱਡਦੇ ਅਸੀਂ। ਇਹੀ ਕਾਰਨ ਹੈ ਸਾਡੇ ਪਛੜਨ ਦਾ, ਸਮਾਜਿਕ ਤੇ ਕੌਮੀ ਤੌਰ ਤੇ ਜਾਂ ਮੁਲਕ ਦੇ ਤੌਰ ਤੇ, ਕਿਉਂਕਿ ਅਸੀਂ ਗੁਣਵਾਨ ਦੀ ਕਦਰ ਨਹੀਂ ਕਰਦੇ। ਇਹ ਗੁਣ ਪਰਮਾਤਮਾ ਦੇ ਨੇ। ਜਿੰਨਾ ਤੁਸੀਂ ਕਿਸੇ ਦੇ ਗੁਣਾਂ ਨੂੰ ਐਪਰੀਸ਼ੀਏਟ ਕਰੋਗੇ, ਜਿੰਨਾ ਕਿਸੇ ਦੇ ਗੁਣਾਂ ਦੀ ਤਾਰੀਫ ਕਰੋਗੇ, ਉਹ ਗੁਣ ਤੁਹਾਡੇ 'ਚ ਆਉਂਦੇ ਹੀ ਜਾਣਗੇ, ਤੁਸੀਂ ਗੁਣਵਾਨ ਬਣਦੇ ਜਾਓਗੇ। ਜਿੰਨਾ ਕਿਸੇ ਦੇ ਔਗੁਣ ਦੇਖੋਗੇ, ਔਗੁਣ ਹੀ ਤੁਹਾਡੇ 'ਚ ਆਉਣਗੇ, ਉਦੋਂ ਵੱਧ ਕੁਝ ਨਹੀਂ ਆਏਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਜਦੋਂ ਦੇਖਿਆ ਬੇਅੰਤ ਗੁਣਾਂ ਵਾਲੇ ਜੀਵ ਨੇ, ਜਦੋਂ ਤੁਸੀਂ ਗੁਣ ਦੇਖਣ ਜਾਓਗੇ, ਦੇਖੋ ਰੱਬ ਦੀ ਧਰਤੀ ਤੇ, ਪ੍ਰਮਾਤਮਾ ਦੀ ਇਸ ਧਰਤੀ ਤੇ ਬਹੁਤ ਬੇਅੰਤ ਵਧੀਆ ਜੀਵ ਨੇ। ਜਦੋਂ ਜਪਜੀ ਸਾਹਿਬ ਪੜ੍ਹਦੇ ਆ, ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ। ਅਸੰਖਾਂ ਨੇ ਜਪ ਤਪ ਕਰਨ ਵਾਲੇ, ਅਸੰਖਾਂ ਨੇ ਰੱਬ ਦਾ ਸਿਮਰਨ ਕਰਨ ਵਾਲੇ, ਅਸੰਖਾਂ ਦਾ ਅਰਥ ਅਣਗਿਣਤ, ਅਸੰਖਾਂ ਸੇਵਾ ਕਰਨ ਵਾਲੇ ਨੇ, ਅਸੰਖਾਂ ਚੰਗੇ ਲੋਕ ਨੇ। ਕਿਉਂਕਿ ਚੰਗਾ ਸਾਨੂੰ ਦਿਖਾਇਆ ਹੀ ਨਹੀਂ ਜਾਂਦਾ। ਜਦੋਂ ਤੁਸੀਂ ਟੀਵੀ ਔਨ ਕਰੋ ਨਾ, ਬੁਰਾਈਆਂ, ਮੁਰਦਿਆਂ ਦੀ ਗੱਲ, ਹੋਰ ਜੋ ਕੁਝ ਬੁਰਾ ਹੈ ਸਭ ਕੁਝ ਕੇ ਮਨੁੱਖ ਦੇ ਅੰਦਰ ਨੈਗੇਟਿਵਿਟੀ ਭਰ ਦਿੱਤੀ ਜਾਂਦੀ ਹੈ। ਰੋਗ ਇੰਨੇ ਡਰਾਉਣੇ ਨਹੀਂ ਹੈ, ਮਾਫ ਕਰਨਾ, ਅੱਜ ਮਹਾਂਮਾਰੀ ਪਸਰੀ ਹੋਈ ਹੈ, ਇੰਨੀ ਡਰਾਉਣੀ ਨਹੀਂ, ਮਹਾਂਮਾਰੀਆਂ ਆਉਂਦੀਆਂ ਰਹਿੰਦੀਆਂ ਨੇ, ਸਾਡੀ ਜ਼ਿੰਦਗੀ ਤੇ ਦੁੱਖ ਆਉਂਦੇ ਰਹਿੰਦੇ ਨੇ, ਪਰ ਇਹ ਰੋਗ ਸਰੀਰ ਤੇ ਆਏ ਖਤਰਨਾਕ ਨਹੀਂ ਹੈ। ਦੇਖੋ ਰੋਗ ਤੋਂ ਬਚਣਾ ਹੈ, ਸਫਾਈ ਰੱਖਣੀ, ਧਿਆਨ ਰੱਖਣਾ ਹੈ, ਜੋ ਹਦਾਇਤਾਂ ਪਾਲਣਾ ਕਰਨੀ ਹੈ, ਪਰ ਜਦੋਂ ਰੋਗ ਤੁਹਾਡੇ ਮਨ 'ਚ ਆ ਗਿਆ ਨਾ, ਉਹਨੂੰ ਕੋਈ ਨਹੀਂ ਕਰ ਸਕੇਗਾ। ਇਹ ਰੋਗ ਮਨ ਵਿੱਚ ਭਰਿਆ ਜਾ ਰਿਹਾ, ਮੀਡੀਆ ਵੱਲੋਂ ਡਰਾਇਆ ਜਾ ਰਿਹਾ ਮਨੁੱਖ ਨੂੰ। ਇਹ ਗੱਲ ਚਿੱਤੇ ਰੱਖਿਓ, ਰੋਗ ਨਾਲ ਬਹੁਤ ਘੱਟ ਲੋਕ ਮਰਦੇ ਨੇ, ਬਹੁਤੇ ਡਰ ਦੇ ਨਾਲ ਮਰ ਰਹੇ ਨੇ, ਡਰਾਇਆ ਜਾ ਰਿਹਾ ਹੈ। ਔਰ ਇਹ ਗੱਲ ਚਿੱਤੇ ਰੱਖਿਓ, ਕਿਸੇ ਵਿਪਤਾ ਦਾ ਸਾਹਮਣਾ ਡਰ ਕੇ ਨਹੀਂ ਕੀਤਾ ਜਾ ਸਕਦਾ। ਸਵਾਮੀ ਵਿਵੇਕਾਨੰਦ ਜੀ ਜਾ ਰਹੇ ਸਨ, ਉਹਨਾਂ ਦੀ ਜ਼ਿੰਦਗੀ ਦੀ ਇੱਕ ਬੜੀ ਪਿਆਰੀ ਮੈਂ ਘਟਨਾ ਪੜ੍ਹ ਰਿਹਾ ਸਾਂ। ਕਹਿੰਦੇ ਉਹਨਾਂ ਮਗਰ ਬਾਂਦਰ ਪੈ ਗਏ, ਬਾਂਦਰ ਪੈ ਗਏ, ਉਹ ਭੱਜ ਪਏ, ਬਾਂਦਰ ਵੀ ਭੱਜ ਪਏ, ਜਿਉਂ-ਜਿਉਂ ਭੱਜਣ ਬਾਂਦਰ ਹੋਰ ਭੱਜੀ ਜਾਣ। ਕਿਸੇ ਮਨੁੱਖ ਨੇ ਕਿਹਾ ਖਲੋ ਜਾ, ਉਹ ਖਲੋ ਗਏ ਤੇ ਬਾਂਦਰ ਜਿਹੜੇ ਪਿੱਛੇ ਹਟ ਗਏ। ਉਹਨਾਂ ਨੇ ਨਿਊਯਾਰਕ ਸਪੀਚ ਦਿੰਦਿਆਂ ਇੱਕ ਗੱਲ ਕੀ, ਕਹਾਣੀ ਸੁਣਾ ਕੇ ਕਹਿਣ ਲੱਗੇ, ਜਿੰਨਾ ਦੁੱਖਾਂ ਤੋਂ ਭੱਜੋਗੇ ਦੁੱਖ ਤੁਹਾਡੇ ਮਗਰ ਆਉਣਗੇ, ਜਿੰਨਾ ਡਰੋਗੇ ਡਰ ਤੁਹਾਡੇ ਮਗਰ ਆਏਗਾ, ਜਿੰਨਾ ਤਗੜੇ ਹੋ ਕੇ ਖਲੋ ਜਾਓਗੇ, ਡਰ ਜਿਹੜਾ ਆਪਾਂ ਕਿਤੇ ਤੁਰੇ ਜਾਈਏ ਕੁੱਤੇ ਮਗਰ ਪੈ ਦੇ ਖਲੋ ਜੇ ਕੋਈ ਪਿੱਛੇ ਹਟ ਜਾਂਦੇ ਨੇ, ਜਿੰਨਾ ਤੁਸੀਂ ਤਗੜੇ ਹੋ ਜਾਓਗੇ, ਸਟਰੋਂਗ ਹੋ ਜਾਓਗੇ, ਡਰ ਭੱਜਣਾ ਸ਼ੁਰੂ ਹੋ ਜਾਏਗਾ। ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਦਾ ਚਾਅ 'ਚ ਰਹਿਣ ਦੀ ਗੱਲ ਕਹੀ ਹੈ। ਸਤ ਸੁਹਾਣ ਸਦਾ ਮਨ ਚਾਹੋ, ਚੜ੍ਹਦੀ ਕਲਾ 'ਚ ਰਹਿਣਾ। ਆਪਣੇ ਅੰਦਰਲੀ ਪਾਵਰ ਨੂੰ ਬਣਾਉਣ ਦਾ ਇੱਕ ਤਰੀਕਾ ਹੈ, ਪਹਿਲੀ ਗੱਲ ਪਰ ਕਾ ਬੁਰਾ ਨਾ ਰੱਖੋ ਚੀਤ, ਕਦੀ ਕਿਸੇ ਦਾ ਬੁਰਾ ਨਾ ਚਿਤੋ। ਦੂਜੀ ਗੱਲ, ਜੋ ਰੱਬ ਨੇ ਸਾਨੂੰ ਦਾਤਾਂ ਦਿੱਤੀਆਂ ਨਾ, ਬਹੁਤ ਕੁਝ ਦਿੱਤਾ ਹੈ, ਹਰ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ, ਕਿਸੇ ਨੂੰ ਘੱਟ ਨਹੀਂ ਦਿੱਤਾ। ਬਾਬਾ ਭੀਖਾ ਸਾਹਿਬ ਜੀ ਨੇ ਗੱਲ ਕੀ, ਭੀਖਾ ਭੂਖਾ ਕੋ ਨਹੀਂ ਸਭ ਕੀ ਗਠੜੀ ਲਾਲ।
कहणगे कोई भुखा नहीं है, कोई गरीब नहीं है, हर मनुख के अंदर लाल हीरे भरे पे ने। कोई कहने लगा देखते नहीं लोकी सड़कों ते खड़े ने, लोकी गरीब ने, लोकी दुखी ने, तुसीं कहंदे सब की गठड़ी लाल, ये भुखे ही ने तां ही खड़े ने। कहण लगे दरअसल इन्हां दे भुखे होण दा कारण कि गठड़ी खोलन देखियो इस विच पिओ बेहाल, इन्हें अपनी गठड़ी खोल के नहीं देखी कदी, इस करके ये गरीब है। असीं दुखी तां कि कदी असीं अपने आप नूं खोजिया नहीं है। गुरबाणी कहती बंदे खोज दिल हर रोज ना फिर परेशानी माए, वो अपनी पड़चोल करो साडी वैल्यू की है। असीं ते अपनी वैल्यू इन्नी क बना ली है, इलैक्शन आई किसी को 1000 रुपया लैके वोट पाती, साडी वैल्यू 1000 रुपया रह गई। किसी ने शराब की बोतल लैके वोट पाती, एक बोतल ओदी वैल्यू रह गई। यही वैल्यू बना ली ना मनुख ने अपनी। किसी ने अपना माड़ा मोटा काम करा लिया, किसी ने कोटा लै लिया MLA दा, ये बदले वोटां पा दित्तियां। असीं अपनी वैल्यू नूं आप डिगे है। असीं इस धरती दे मालिक हां। गुरबाणी राही परमात्मा दे प्यार जोड़ के अपनी स्वै पड़चोल करया करो। गुरबाणी कहंदी कहो कबीर ए राम की अंश, मन तू जोत स्वरूप है अपना मूल पछाण। सानू रब ने बहुत कुछ दिता है, जे सदा चाओ च रहना, अंदरों तगड़े रहना है ते कदी कलम ते कागज लैके बैठ के सोचा करो अज तक रब ने किन्ना कुछ तुहानू दिता है। बचपन तो लैके गिणो किन्नियां दातां दित्तियां ने, उन्हां दी कीमत पाओ तुसीं पा नहीं सकदे। स्वासां दी कीमत नहीं है, परिवार दी कीमत नहीं है, तंदुरुस्ती दी कीमत नहीं है। जो कुछ परमात्मा ने दिता है अमोल भी है ते अनंत भी है। जदों तुसीं परमात्मा दीयां दित्तियां उन्हां दातां वल नज़र मारोगे, तुसीं अपने आप नूं सारी दुनिया तो ज्यादा अमीर समझोगे। जे जिंदगी च चाओ च रहना है ते घर बैठे सोचा करो, लखां नहीं करोड़ां लोगों कोल घर नहीं, सानू ते वाहिगुरू जी ने सोहना कर दिता है, अंदर चाओ आ जाएगा। रोटी खाण लगे सोचा करो, बहुत सारे लोग सड़कों पर मंगते फिरते, सानू ते घर च दोए टाइम इहो जिहे औखे वेले भी रोटी मिल रही है, अंदर चाओ आ जाएगा। जे प्रसाद छत्ती अमृत खाएं ते ठाकुर को रख मन माहें। सतगुरु जी कहते जिस वाहिगुरू जी की कृपा सदका इन्ने सोहने भोजन खाने उन्होंने चेते कर लिया कर। अंदरों चाओ च रहोगे ते तुसीं सदा ही मजबूत रहोगे। फिर दुख अपने आप तुहाडे तो भजने शुरू हो जाएंगे, पर जे दुखों तो भजोगे डरोगे दुख फिर तुहाडे ते भारू हो जाएंगे। सतगुरु साहिब जी महाराज कहते हैं कि जदों देखिया असंख्या ही चंगे लोग ने एक दो एक चढ़ंदियां। मैं बेनती करें ये धरती जे चल रही है चंगे लोगों करके चल रही है, मता सोचना कोई गौरमेंट इस मुल्क नूं चला रही है। गौरमेंटा तो तुसीं देख लिया हालात की ने, किन्ना कुछ साडी सार लेनियां ने गौरमेंटा। गौरमेंट नहीं, ये मुल्क जां ये समाज ये कौम जां जो भी ये मनुखी सभ्यता है ये चलती है धर्मी लोगों करके, नेक इंसानां करके, जिहड़े दुखां वेले भी मनुखता दी बांह फड़दे ने, वो सामने नहीं आउंदे। असंख्या बेअंत इहो जिहे लोग ने। सतगुरु जी कहंदे जदों मैं देखिया एक दो एक चढ़ांदियां, कौन जाने मेरा नाम जियो। मैं तो थोड़ी जी गुरुद्वारे सेवा करके कहना उत्थे पत्थर लगा दिओ जी मेरा। पत्थर गुरुद्वारियां च कि मड़ियां च लोगों ने उत्थे नाम लिखाउणे शुरू करते, इहो जिहे भी दानी ने मड़ियां च नाम लिखे हुए ने। असीं ते इत्थे कुछ अड़े हुए हैं, पर जदों तुसीं देखोगे बेअंत वधिया तो वधिया इंसान धरती ते ने, साडा ते ना ही कोई नहीं। साहब कहंदे एक दो एक चलंदियां, एक तो एक परे ने रब दे प्यार जुड़े परोपकारी जुड़े। भाई मेरा इत्थे ना कौन जानदा, मैं रब तक किवें पहुंच बना सकदा हां। जिनी सखी सहुराविया से अंबी छावड़िए जियो। जिन्ना जीव रूपी सखियां ने भैणा ने सहुराविया उस वाहिगुरू जी के प्यार नूं मान लिया, प्राप्त कर लिया, वो जिंदगी किवें सुखी हुंदे ने। देखो उस सुख नूं बयान नहीं किया जा सकता, लेकिन उस सुख नूं बयान करन दे लई असीं दुनियावी उदाहरण देवेंगे ना। जिवें कहंदे गूंगे की मठियाई, गूंगा गुड़ खा ले ते उहनूं आनंद आउंदा सी, गुड़ दी उदाहरण देती। सतगुरू जी ने बड़ी प्यारी उदाहरण दी है। गर्मियां दे दिन होण, जिमींदार किते काम करदा जां असीं किते सफर च तुरे आ रहे हैं, धुप दे विच तुरे आ रहे हैं, अगे अंब होए, दोपहर वेले अंब की छां हेठ बैठो ना, क्योंकि सतगुरु जी करतारपुर के इलाके चले, जिला गुरदासपुर, अंबां की धरती, पहाड़ के नाल किन्ने अंब हुंदे ने। सतगुरु जी ने उदाहरण ही उहो जी दित्ती है। जिवें अंबां की ठंडी छां हुंदी है, गर्मियां दे दिन तुसीं थके टुटे आउंदे हो सफर दे, ते ठंडी छां 'च बैठ के किन्ना आनंद है। सतगुरु जी कहंदे जिन्हां ने परमात्मा का प्यार प्राप्त कर लिया ना, बिल्कुल उदां जिवें कोई थत्तिया टुकिया जां इवें कह लो धुप दा सताया, छां अंब की छां हेठ बैठ के किन्ना सुख मिलता है। परमात्मा के प्यार च भी इसे छां नूं माणदा है, आनंद नूं माणदा है। से गुण मंजना आवनी हो कै जी दोस्त रे हो जियो। जे मेरी जिंदगी अंदर दुख है, मैं परेशान है, तो मैं किस नूं की दोष देवां? दद्दा दोष ना दिओ किसे।
ਦੋਸ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ न दीजे अवर्जना। परमात्मा ਨੂੰ ਦੋਸ਼ ਨਾ ਦਿਆ ਕਰੋਗੇ परमात्मा ने मां मारी ਲੈਂਤੀ है, परमात्मा ने दुख, परमात्मा कदी नहीं लियाना चाहता मां मारी, परमात्मा कदी दुख नहीं लियाना चाहता, परमात्मा कदी जी ਨੂੰ दुख देना ही नहीं चाहता। ਅਸੀਂ परमात्मा ਦੇ ਬੱਚੇ ਆ, ਕੋਈ ਮਾਂ ਪਿਓ ਚਾਹੁੰਦਾ ਉਹਦੇ ਬੱਚੇ ਮਰ ਜਾਣ? कदी नहीं चाहता। ਅਸੀਂ परमात्मा ਦੇ ਬੱਚੇ ਆ, लेकिन जे अज ਅਸੀਂ दुखी आ ना, ਉਹ ਇਹ ਮਨੁੱਖ ਦੀਆਂ ਮਨ ਮਰਜ਼ੀਆਂ ਕਰਕੇ ਦੁਖੀ ਆ। ਉਹ ਬੰਦੇ ਨੇ ਤੇ ਪਹਾੜ ਵੱਢ ਵੱਢ ਕੇ ਵੇਚ ਦਿੱਤੇ, ਗਵਰਨਮੈਂਟਾਂ ਨੂੰ ਪਤਾ ਹੀ ਨਹੀਂ ਹੈ। ਬੰਦੇ ਨੇ ਦਰਿਆ ਵੱਢ ਵੱਢ ਕੇ ਵੇਚ ਦਿੱਤੇ, ਅਸੀਂ ਦਰਿਆ ਸੁਕਾ ਦਿੱਤੇ। ਕਦੀ ਦੇਖੋ ਨਾ ਸਤਲੁਜ ਦਰਿਆ ਸੁੱਕਾ ਪਿਆ, ਲੁਧਿਆਣੇ ਦਾ ਬੁੱਢਾ ਨਾਲਾ ਖਤਮ ਹੋ ਗਿਆ। ਇਹ ਰੱਬ ਨੇ ਸਾਡੇ ਸੁੱਖਾਂ ਲਈ ਬਣਾਏ ਸਨ ਦਰਿਆ, ਅਸੀਂ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਸਮਝਿਆ ਨਾ। ਅਸੀਂ ਦਰਖਤ ਵੱਢ ਵੱਢ ਕੇ, ਜੰਗਲ ਵੱਢ ਵੱਢ ਕੇ ਸੋਚਿਆ ਬੜੇ ਅਮੀਰ ਬਣ ਜਾਵਾਂਗੇ। ਪਿੰਡਾਂ ਦੇ ਵੱਡੇ ਵੱਡੇ ਬੋਰ ਸਨ, ਉਹ ਇੱਕ ਦੋ ਚੌਧਰੀਆਂ ਨੇ ਵੱਢ ਵੱਢ ਕੇ 4 ਪੈਸੇ ਕਮਾ ਲਏ ਤੇ ਪਿੰਡ ਨੂੰ ਮਾਰੂਥਲ ਬਣਾ ਦਿੱਤਾ, ਗਰਕ ਬਣਾ ਦਿੱਤਾ। ਅੱਜ ਉਹਨਾਂ ਪਿੰਡਾਂ 'ਚ ਕੋਇਲਾ ਨਹੀਂ ਬੋਲਣਗੀਆਂ, ਉਹਨਾਂ ਪਿੰਡਾਂ ਦੇ ਵਿੱਚ ਕਦੀ ਪੰਛੀ ਆਲਣੇ ਨਹੀਂ ਪਾਉਣਗੇ, ਚਿੜੀਆਂ ਨਹੀਂ ਬੋਲਣਗੀਆਂ। ਜਿੱਥੇ ਦਰਖਤ ਹੀ ਵੱਢ ਦਿੱਤੇ ਨੇ ਉੱਥੇ ਠੰਡੀ ਛਾਂ ਕਿੱਥੇ ਮਿਲੇਗੀ? ਇਸ ਧਰਤੀ ਨੂੰ ਬਰਬਾਦ ਅਸੀਂ ਕਰਨਾ ਸ਼ੁਰੂ ਕੀਤਾ ਹੈ। ਰੱਬ ਕਦੀ ਦੁੱਖ ਨਹੀਂ ਦਿੰਦਾ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਲੋਕੀ ਭੁਚਾਲ ਨਾਲ ਨਹੀਂ ਮਰਦੇ। ਭੁਚਾਲ ਨਾਲ ਮੱਛੀਆਂ ਕਿਉਂ ਨਹੀਂ ਮਰਦੀਆਂ? ਭੁਚਾਲ ਨਾਲ ਪੰਛੀ ਕਿਉਂ ਨਹੀਂ ਮਰਦੇ? ਹਜ਼ਾਰਾਂ ਭੁਚਾਲ ਹੁੰਦੇ ਨੇ ਸਮੁੰਦਰ 'ਚ, ਕਦੀ ਕੋਈ ਮੱਛੀ ਮਰੀ ਦੇਖੀ ਹੈ? ਕਦੀ ਕੋਈ ਪੰਛੀ ਮਰਿਆ ਦੇਖਿਆ? ਜੰਗਲ 'ਚ ਵੀ ਜਿਹੜੇ ਭੁਚਾਲ ਹੁੰਦੇ, ਮਨੁੱਖ ਹੀ ਕਿਉਂ ਨਹੀਂ ਮਰਦੇ? ਮਨੁੱਖ ਇਸ ਕਰਕੇ ਮਰਦੇ, ਮਨੁੱਖ ਨੇ ਬਿਲਡਿੰਗਾਂ ਬੇਈਮਾਨੀ ਨਾਲ ਬਣਾਈਆਂ ਨੇ, ਉਹਦੇ ਵਿੱਚ ਬੇਈਮਾਨੀ ਦੇ ਨਾਲ ਬਿਲਡਿੰਗਾਂ ਖੜੀਆਂ ਕੀਤੀਆਂ, ਬਿਲਡਿੰਗਾਂ ਹੇਠ ਮਰ ਕੇ ਨੇ, ਭੁਚਾਲ ਨਾਲ ਨਹੀਂ ਮਰਦੇ, ਬਿਲਡਿੰਗਾਂ ਹੇਠ ਆ ਕੇ ਮਰਦੇ ਨੇ। ਇਸ ਕਰਕੇ ਅਸੀਂ ਜ਼ਿੰਦਗੀ 'ਚ ਕੰਮ ਹੀ ਇਹੋ ਜਿਹੇ ਕਰਦੇ, ਦੁੱਖਾਂ ਦਾ ਕਾਰਨ ਇਹ ਹੈ, ਸੇ ਗੁਣ ਮੰਝ ਨਾ ਆਮਨੀ ਹੁਣ ਕਹਿ ਜੀ ਦੋਸ਼ ਧਰਿਓ ਜੀਓ। ਮੇਰੇ ਵਿੱਚ ਤੇ ਗੁਣ ਹੀ ਨਹੀਂ ਗੇ ਤੇ ਮੈਂ ਕਿਸੇ ਨੂੰ ਦੋਸ਼ ਕੀ ਦੇਵਾਂ? ਮੈਂ ਆਪ ਔਗੁਣੇ ਆ ਰਹੀ ਹਾਂ। ਅਸੀਂ ਸਮਾਜ ਵਿੱਚ ਦਿਖਦੇ ਜਾਂਦੇ, ਦੋਸ਼ ਪ੍ਰਮਾਤਮਾ ਨੂੰ ਨਹੀਂ ਦੇਣਾ ਚਾਹੀਦਾ। ਦੇਖੋ ਨਾ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਹਰ ਬੰਦਾ ਕਹਿੰਦਾ ਕਿ ਪੈਸੇ ਹੋਣਾ ਚਾਹੀਦਾ, ਬੰਦੇ ਦਾ ਕਸੂਰ ਕੋਈ ਨਹੀਂ। ਬੰਦੇ ਨੂੰ ਸਕੂਲਾਂ 'ਚ ਸਿਖਾਇਆ ਹੀ ਪੈਸਾ ਕਮਾਉਣਾ ਜਾਂਦਾ। ਸਕੂਲ ਉਸ 'ਚ ਅਸੀਂ ਪਾਉਂਦੇ ਜਿੱਥੇ ਬੱਚਾ ਵਧੀਆ ਪੜ੍ਹ ਕੇ ਵਧੀਆ ਨੌਕਰੀ ਤੇ ਜਾਏ, ਬਹੁਤੇ ਪੈਸੇ ਕਮਾਏ, ਡਾਕਟਰ ਬਣ ਕੇ ਬਹੁਤੇ ਪੈਸੇ ਕਮਾਏ, ਇੰਜੀਨੀਅਰ ਬਣ ਕੇ ਬਹੁਤੇ ਪੈਸੇ ਕਮਾਏ, ਅਮਰੀਕਾ ਕੈਨੇਡਾ ਜਾ ਕੇ ਬਹੁਤੇ ਪੈਸੇ ਕਮਾਏ। ਤੇ ਸਕੂਲਾਂ ਵਾਲੇ ਵੀ ਸਾਨੂੰ ਕੋਈ ਇਨਸਾਨ ਬਣਾਉਣ ਲਈ ਥੋੜ੍ਹਾ ਬੈਠੇ ਨੂੰ, ਪੈਸੇ ਕਮਾਉਣ ਲਈ ਬੈਠੇ ਨੇ। ਉਹ ਪਹਿਲਾਂ ਕਹਿੰਦੇ ਪੈਸੇ ਲਿਆਓ ਤੇ ਫਿਰ ਤੁਹਾਨੂੰ ਕੁਝ ਦੇਵਾਂਗੇ ਅੱਗੇ। ਉਹ ਪੈਸੇ ਕਮਾਉਣ ਲਈ, ਹਸਪਤਾਲਾਂ ਵਾਲੇ ਤੁਹਾਨੂੰ ਤੰਦਰੁਸਤ ਕਰਨ ਲਈ ਨਹੀਂ ਹੈ। ਜੇ ਤੁਹਾਡੇ ਕੋਲ ਪੈਸੇ ਨਹੀਂ ਤੇ ਤੁਹਾਨੂੰ ਬਿਲਕੁਲ ਤੰਦਰੁਸਤ ਨਹੀਂ ਦੇਣਗੇ, ਤੇ ਪੈਸੇ ਕਮਾਉਣ ਲਈ ਬੈਠੇ ਨੇ। ਕਿਉਂਕਿ ਉਹਨਾਂ ਨੂੰ ਸਕੂਲਾਂ ਕਾਲਜਾਂ 'ਚ, ਮੈਡੀਕਲ ਕਾਲਜਾਂ 'ਚ ਸਿਖਾਇਆ ਹੀ ਪੈਸੇ ਕਮਾਉਣਾ ਗਿਆ। ਮਨੁੱਖ ਨੇ ਪੈਸੇ ਬੜੇ ਕਮਾ ਲਏ ਨੇ। ਸਕੂਲਾਂ ਕਾਲਜਾਂ 'ਚੋਂ ਪੈਸੇ ਦੀਆਂ ਮਸ਼ੀਨਾਂ ਕੱਢੀਆਂ ਜਾਂਦੀਆਂ ਨੇ ਬਾਹਰ। ਅਸੀਂ ਬੱਚਿਆਂ ਨੂੰ ਪੈਸਿਆਂ ਦੀਆਂ ਮਸ਼ੀਨਾਂ ਕਮਾਉਣ ਵਾਲੀਆਂ ਬਣਾ ਦਿੱਤਾ। ਹੁਣ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨੇ ਤੁਹਾਡੇ ਗੋਡੇ ਨਹੀਂ ਘੁੱਟਣੇ, ਉਹਨਾਂ ਨੇ ਤੁਹਾਨੂੰ ਪੱਖਾ ਨਹੀਂ ਚੱਲਣਾ, ਉਹਨਾਂ ਨੇ ਤੁਹਾਨੂੰ ਰੋਟੀ ਨਹੀਂ ਦੇਣੀ। ਕਿਉਂ? ਇਹ ਤੁਸੀਂ ਬਣਾਇਆ ਉਹਨਾਂ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ। ਧਰਤੀ ਤੇ ਡਾਕਟਰਾਂ ਦੀ ਲੋੜ ਹੈ, ਕੋਈ ਸ਼ੱਕ ਨਹੀਂ ਹੈ। ਧਰਤੀ ਤੇ ਇੰਜੀਨੀਅਰਾਂ ਦੀ ਲੋੜ ਹੈ, ਪਰ ਧਰਤੀ ਤੇ ਇਨਸਾਨਾਂ ਦੀ ਲੋੜ ਹੈ ਜਿਹੜੇ ਧਰਤੀ ਨੂੰ ਬਚਾ ਸਕਣ, ਮਨੁੱਖਾਂ ਦੀ ਲੋੜ ਹੈ। ਇਸ ਕਰਕੇ ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਉਹ ਗੁਣ ਨਹੀਂ ਧਾਰਨ ਕਰਾਂਗੇ, ਉਹਨਾਂ ਚਿਰ ਅਸੀਂ ਦੁਖੀ ਰਵਾਂਗੇ। ਜੇ ਗੁਣ ਨਹੀਂ ਹੈ ਤੇ ਅਸੀਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇ ਸਕਦੇ ਜ਼ਿੰਦਗੀ ਅੰਦਰ ਦੁੱਖਾਂ ਕਰਕੇ। ਸਤਿਗੁਰੂ ਸਾਹਿਬ ਜੀ ਅੱਗੇ ਬਚਨ ਕਹਿ ਰਹੇ ਹਨ, ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਵਾਹਿਗੁਰੂ ਜੀ, ਮੈਂ ਤੇ ਔਗੁਣਾਂ ਨਾਲ ਭਰਿਆ ਹਾਂ, ਪਰ ਕਿਆ ਗੁਣ ਤੇਰੇ ਵਿਥਰਾ, ਮੈਂ ਤੁਹਾਡੇ ਕਿਹੜੇ ਕਿਹੜੇ ਗੁਣਾਂ ਦਾ ਵਿਸਥਾਰ ਕਰਾਂ, ਬਿਆਨ ਕਰਾਂ। ਤੁਸੀਂ ਤੇ ਹੈ ਹੀ ਗੁਣਾਂ ਦੇ ਸਮੁੰਦਰ ਹੋ। ਕਿਆ ਕਾ ਕਿੰਨਾ ਤੇਰਾ ਨਾਉ ਜੀਓ, ਜਿਹੜੇ ਤੁਹਾਡੇ ਪਿਆਰ 'ਚ ਜੁੜੇ ਨੇ ਉਹ ਤੇ ਤੁਹਾਡੇ ਬੇਅੰਤ ਨਾਮਾਂ ਨਾਲ ਤੁਹਾਨੂੰ ਚੇਤੇ ਕਰਦੇ ਨੇ। ਤੇ ਮੈਂ ਕਿਹੜਾ ਕਿਹੜਾ ਨਾਮ ਲੈ ਕੇ ਤੁਹਾਨੂੰ ਚੇਤੇ ਕਰਾਂ। ਵਾਹਿਗੁਰੂ ਜੀਓ, ਤੁਸੀਂ ਬੇਅੰਤ ਨਾਮਾਂ ਵਾਲੇ, ਬੇਅੰਤ ਗੁਣਾਂ ਵਾਲੇ ਹੋ, ਮੇਰੇ ਅੰਦਰ ਔਗੁਣ ਭਰੇ ਪਏ ਨੇ। ਦੇਖੋ, ਜ਼ਿੰਦਗੀ ਅੰਦਰ ਗੁਣਵਾਨ ਬਣਨ ਦਾ ਇੱਕੋ ਇੱਕ ਤਰੀਕਾ ਹੈ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓ, ਰੋਜ਼ ਪ੍ਰਮਾਤਮਾ ਦੇ ਗੁਣ ਗਾਓ। ਜੇ ਪ੍ਰਮਾਤਮਾ ਦੇ ਗੁਣ ਗਾਓਗੇ ਤੁਸੀਂ ਵੀ ਗੁਣਵਾਨ ਬਣਦੇ ਜਾਓਗੇ। ਲੋਕਾਂ ਦੇ ਗੁਣ ਦੇਖੋਗੇ, ਗੁਣਵਾਨ ਬਣਦੇ ਜਾਓਗੇ। ਔਗੁਣ ਦੇਖੋਗੇ ਤੇ ਔਗੁਣ ਵਾਲੇ ਬਣਦੇ ਜਾਓਗੇ। ਪ੍ਰਮਾਤਮਾ ਦੇ ਗੁਣ ਗਾਓਗੇ, ਤੁਹਾਡੇ ਅੰਦਰੋਂ ਮੈਲ ਮਿਟਦੀ ਜਾਏਗੀ। ਗੁਣ ਗਾਵਤ ਤੇਰੀ ਪੁੱਤਰ ਸਮੈਲ। ਅਸੀਂ ਆਏ ਸਾਂ ਪ੍ਰਮਾਤਮਾ ਦੇ ਗੁਣ ਗਾਉਣ ਦੇ ਲਈ। ਪ੍ਰਮਾਤਮਾ ਦੇ ਗੁਣ ਗਾਉਣ ਦਾ ਅਰਥ ਇਹ ਨਹੀਂ ਕਿ ਅਸੀਂ ਪ੍ਰਮਾਤਮਾ ਦਾ ਅੰਤ ਲੈ ਲਵਾਂਗੇ। परमात्मा का अंत कोई नहीं लै सकता। परमात्मा का अंत ना कोई पा सके ना पा सकता है। परमात्मा के गुण इस करके गाने कि असीं भी गुणवान बन जाइए। वाहिगुरू जी मैं तुहाडे किहड़े किहड़े गुण बयान करा ਜਿਹੜੇ ਤੁਹਾਡੇ ਪਿਆਰ ਜੁੜੇ ਤੇ ਬੇਅੰਤ ਤੁਹਾਡੇ ਗੁਣ ਗਾਇਨ ਕਰਦੇ ਹਨ। ਇੱਕ ਤਾਂ ਟੋਲ ਨਾ ਅੰਬੜਾ ਹਉ ਸਰ ਕੁਰਬਾਨ ਤੇਰਾ ਜਾਓ ਜੀਓ। ਟੋਲ ਕਹਿੰਦੇ ਨੇ ਪਦਾਰਥ ਨੂੰ। ਵਾਹਿਗੁਰੂ ਜੀ ਜੋ ਤੁਸੀਂ ਮੈਨੂੰ ਕੀਮਤੀ ਦਾਤਾਂ ਦਿੱਤੀਆਂ ਨੇ, ਪਦਾਰਥਾਂ ਦਿੱਤੇ ਨੇ, ਮੈਂ ਤੇ ਤੁਹਾਡੇ ਉਹਨਾਂ ਪਦਾਰਥਾਂ ਰਾਹੀਂ ਵੀ ਤੁਹਾਡੇ ਤੱਕ ਨਾ ਪਹੁੰਚ ਸਕਿਆ। ਵਾਹਿਗੁਰੂ ਜੀ ਨੇ ਜੋ ਸਾਨੂੰ ਦਾਤਾਂ ਦਿੱਤੀਆਂ, ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਰੋਜ਼ ਅਸੀਂ ਪੜ੍ਹਦੇ, ਗਾਵੇ ਕੋ ਤਾਣ
ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ। ਵਾਹਿਗੁਰੂ ਜੀ ਤੁਸੀਂ ਬੜਾ ਸੋਹਣਾ ਮੈਨੂੰ ਘਰ ਦਿੱਤਾ ਹੈ। ਇਹ ਜਿੰਨੇ ਪਦਾਰਥ ਨੇ, ਆਮ ਧਾਰਮਿਕ ਕਈ ਧਾਰਮਿਕ ਲੋਕਾਂ ਨੇ ਕਿਹਾ ਕਿ ਬੰਦਾ ਗ੍ਰਸਤ ਚ ਰਹਿ ਕੇ ਰੱਬ ਦੀ ਬੰਦਗੀ ਨਹੀਂ ਕਰ ਸਕਦਾ, ਜਾਂ ਸੰਸਾਰ ਚ ਸਮਾਜ ਚ ਰਹਿ ਕੇ ਬੰਦਗੀ ਨਹੀਂ ਕਰ ਸਕਦਾ। ਇਹ ਗੱਲ ਚ ਰੱਖਣਾ, ਸਭ ਤੋਂ ਜ਼ਿਆਦਾ ਬੰਦਗੀ ਗ੍ਰਸਤੀ ਕਰ ਸਕਦਾ। ਸਭ ਤੋਂ ਵਧੀਆ ਸਾਧਨ ਇੱਕ ਕਾਰੋਬਾਰ ਵਾਲੇ ਮਨੁੱਖ ਕੋ ਨੇ। ਜਦੋਂ ਘਰ ਵੜੇ ਰੱਬ ਦਾ ਧੰਨਵਾਦ ਕਰਦੇ ਵੀ ਤੇ ਰੱਬ ਦੀ ਬੰਦਗੀ ਹੈ। ਕਾਰੋਬਾਰ ਤੇ ਕਿ ਰੱਬ ਦਾ ਧੰਨਵਾਦ ਕਰਦੇ ਵੀ ਤੇ ਰੱਬ ਦੀ ਬੰਦਗੀ ਹੈ। ਧੀਆਂ ਪੁੱਤਰਾਂ ਨੂੰ ਦੇਖਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਵੀ ਤੇ ਰੱਬ ਦੀ ਬੰਦਗੀ ਹੈ। ਇਸ ਕਰਕੇ ਵਾਹਿਗੁਰੂ ਜੀ ਮੈਂ ਤੇ ਤੁਹਾਡੇ ਇੱਕ ਵੀ ਪਦਾਰਥ ਦੇ ਰਾਹੀਂ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ, ਭਾਵ ਮੈਂ ਤੁਹਾਡਾ ਧੰਨਵਾਦ ਨਹੀਂ ਕੀਤਾ। ਸਾਨੂੰ ਵਾਹਿਗੁਰੂ ਜੀ ਨੇ ਕਿੰਨੇ ਮਹਾਨ ਪਦਾਰਥ ਦਿੱਤੇ। ਜਿੰਦੀਆ ਤੁਧ ਨੀਰ ਨਿਰਮੋਲਾ, ਜਿੰਦੀਆ ਤੁਧ ਪਵਨ ਅਮੋਲਾ। ਉਹ ਬੰਦਿਆ ਤੈਨੂੰ ਅਮੋਲ ਪਵਨ ਦਿੱਤੀ ਸੀ, ਪਰ ਬੰਦੇ ਨੇ ਸੰਭਾਲੀ ਨਾ। ਪਵਨ ਦੀ ਪਤਾ ਕਿੰਨੀ ਵਡਿਆਈ ਹੈ। ਗੈਸ ਸਿਲੰਡਰ ਲੈਣ ਲਈ ਦੁਨੀਆ ਤਰਸ ਰਹੀ ਹੈ, ਬਲੈਕ ਚ ਵੇਚਣੇ ਸ਼ੁਰੂ ਕਰ ਦਿੱਤੇ ਬੰਦੇ ਨੇ। ਸਾਹ ਵੀ ਬਲੈਕ ਚ ਵੇਚਣੇ। ਬੰਦਾ ਇੰਨਾ ਭ੍ਰਿਸ਼ਟ ਹੋ ਗਿਆ ਕਿ ਬਲੈਕ ਵਿੱਚ ਆਕਸੀਜਨ ਵੇਚਣੀ ਸ਼ੁਰੂ ਕਰ, ਜਿਹੜੀ ਰੱਬ ਨੇ ਮੋਹ ਦਿੱਤੀ ਸੀ। ਉਹ ਇੱਕ ਸਿਲੰਡਰ ਲੈਨੇ ਆ, ਕਿਤੇ ਇੱਕ ਦਰਖਤ ਲਾ ਲਓ ਇਸੇ ਚਾਚ, ਇੱਕ ਦਰਖਤ ਲਾ ਲੋਗੇ ਤੇ ਕਿੰਨੇ ਸਿਲੰਡਰਾਂ ਦੀ ਆਕਸੀਜਨ ਸਾਨੂੰ ਮਿਲੇਗੀ। ਇੱਕ ਬਜ਼ੁਰਗ ਦੀ ਗੱਲ ਪੜ੍ਹ ਰਿਹਾ ਸਾਂ। ਬਜ਼ੁਰਗ ਕਹਿੰਦੇ ਗਿਆ ਹਸਪਤਾਲ ਦੇ ਅੰਦਰ, ਉਹਨੂੰ ਉਸ ਵੇਲੇ ਇੱਕ ਸਿਲੰਡਰ ਲਾਇਆ, ਆਕਸੀਜਨ ਮਿਲੀ, ਤੇ ਉਹ ਸਿਲੰਡਰ ਦੀ ਉਹਨੇ ਕੀਮਤ ਪੁੱਛੀ, ਡਾਕਟਰ ਨੇ ਦੱਸੀ, ਠੀਕ ਹੋ ਗਿਆ। ਤੇ ਉਹ ਰੱਬ ਦਾ ਧੰਨਵਾਦ ਕਰਦਾ, ਸ਼ੁਕਰ ਕਰਦਾ, ਕਹਿੰਦਾ ਡਾਕਟਰ ਸਾਹਿਬ ਤੁਸੀਂ ਤੇ ਇੰਨੇ 'ਚ ਦਿੱਤਾ ਹੈ, ਤੇ ਰੱਬ ਨੇ ਤੇ ਮੁਫਤ ਹੀ ਸਾਨੂੰ ਆਕਸੀਜਨ ਦਿੱਤੀ ਹੋਈ ਹੈ। ਕਿੰਨੇ ਸੋਹਣੇ ਦਰਖਤ ਨੇ। ਇਹ ਮਨੁੱਖ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਕਦਰ ਨਹੀਂ ਕਰਦਾ, ਦਰਖਤਾਂ ਨੂੰ ਵੱਢੀ ਜਾਂਦਾ ਹੈ। ਭਈ ਕਿਤੇ ਵੀ ਚੱਲ ਜਾਓ, ਦਰਖਤਾਂ ਦੀ ਕਦਰ ਨਹੀਂ ਕਰਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਮੈਂ ਤੁਹਾਡੇ ਇੱਕ ਵੀ ਪਦਾਰਥ ਦੇ ਰਾਹੀਂ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ। ਜੇ ਰੱਬ ਤੱਕ ਪਹੁੰਚਣਾ ਹੋਏ, ਜ਼ਰੂਰੀ ਨਹੀਂ ਕਿ ਧਰਮ ਸਥਾਨ ਤੇ ਪਹੁੰਚਿਆ ਜਾਂਦਾ। ਧਰਮ ਸਥਾਨ ਤੇ ਧਰਮ ਦੀ ਸੋਝੀ ਪ੍ਰਾਪਤ ਕਰਨੀ, ਗਿਆਨ ਪ੍ਰਾਪਤ ਕਰਨਾ, ਜੀਵਨ ਜਾਂਚ ਸਿੱਖਣੀ ਹੈ। ਰੱਬ ਤੱਕ ਪਹੁੰਚਣ ਲਈ ਤੇ ਤੁਸੀਂ ਕਿੱਥੇ ਜਿੱਥੇ ਬੈਠੋਗੇ ਉੱਥੋਂ ਪਹੁੰਚ ਸਕਦੇ ਹੋ। ਤੁਹਾਨੂੰ ਹਰ ਥਾਂ ਤੋਂ ਰੱਬ ਨਜ਼ਰ ਆ ਜਾਏਗਾ। ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ, ਰੱਬ ਨਾਲ ਜੁੜਨ ਦਾ ਇੱਕ ਸਾਧਨ ਬਣ ਜਾਂਦਾ ਹੈ। ਪਰ ਵਾਹਿਗੁਰੂ ਜੀ ਮੈਂ ਤੇ ਤੁਹਾਡੇ ਇੱਕ ਵੀ ਪਦਾਰਥ ਦੇ ਰਾਹੀਂ ਤੁਹਾਡੇ ਤੱਕ ਮੈਂ ਨਹੀਂ ਪਹੁੰਚ ਸਕਿਆ। ਮੈਂ ਤੁਹਾਡੇ ਤੋਂ ਸਦਾ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ ਜੀ। ਸੋਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜੀਓ। ਵਾਹਿਗੁਰੂ ਜੀ ਆ ਜਿਹੜਾ ਸੋਨਾ ਚਾਂਦੀ ਹੋਰ ਮੋਤੀ ਆਦਿਕ ਹੋਰ ਅਨੇਕ ਤਰ੍ਹਾਂ ਦੇ ਹੀਰੇ ਰਤਨ ਜਵਾਹਰ ਆਦਿਕ ਜਿਹੜੇ ਹਨ, ਸੇ ਵਸਤੂ ਸਹ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿਤ ਜੀਓ। ਇਹ ਵਸਤੂਆਂ ਸਾਨੂੰ ਵਾਹਿਗੁਰੂ ਜੀ ਨੇ ਦਿੱਤੀਆਂ ਨੇ ਗੁਜ਼ਰਾਨ ਦੇ ਲਈ। ਧਰਤੀ ਤੇ ਰਹਿੰਦੇ ਆ, ਸਾਨੂੰ ਪਦਾਰਥ ਦੀ ਲੋੜ ਹੈ। ਪਦਾਰਥ ਤੋਂ ਬਿਨਾਂ ਨਹੀਂ ਆਪਾਂ ਜੀਉ ਸਕਦੇ, ਔਰ ਅਸੀਂ ਇਹਨਾਂ ਦੇ ਨਾਲ ਹੀ ਜੁੜ ਗਏ। ਦਾਤ ਪਿਆਰੀ ਵਿਸਰਿਆ ਦਤਾਰਾ। ਜਿਵੇਂ ਬੱਚਾ ਨਹੀਂ ਖਿਡੌਣਿਆਂ ਨਾਲ ਜੁੜਦੇ ਤੇ ਮਾਂ ਪਿਓ ਨੂੰ ਭੁੱਲ ਜਾਂਦਾ, ਅਸੀਂ ਖਿਡੌਣਿਆਂ ਦੇ ਨਾਲ ਜੁੜ ਕੇ ਪ੍ਰਮਾਤਮਾ ਨੂੰ ਭੁਲਾ ਦਿੱਤਾ। ਇਸ ਕਰਕੇ 300 ਲਾਇਆ ਚਿੱਤ ਜੀਓ। ਅਸੀਂ ਇਹਨਾਂ ਵਿੱਚ ਹੀ ਆਪਣੀ ਸੁਰਤ ਜੋੜ ਲਈ। ਜਿਸ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਨਾ, ਉਸ ਪ੍ਰਮਾਤਮਾ ਨੂੰ ਭੁਲਾ ਦਿੱਤਾ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਰਾਸ ਦਾ ਅਰਥ ਹੁੰਦਾ ਪੂੰਜੀ। ਪੂੰਜੀ ਉਹ ਹੁੰਦੀ ਜਿਹੜੀ ਤੁਹਾਡੇ ਨਾਲ ਨਿਭ ਸਕੇ। ਗੁਰਬਾਣੀ ਚ ਵਾਰ-ਵਾਰ ਕਿਹਾ ਹੈ ਕਿ ਆਪਾਂ ਪੂੰਜੀ ਇਕੱਤਰ ਕਰ ਲਈਏ, ਰਾਸ ਪੱਲੇ ਬੰਨ ਲਈਏ, ਜਿਹੜੀ ਔਖੇ ਵੇਲੇ ਕੰਮ ਆਏ ਉਹਨੂੰ ਆਪਾਂ ਰਾਸ ਕਹਿੰਦੇ ਆ। ਤੇ ਅਸੀਂ ਰਾਸ ਕਿਹਨੂੰ ਬਣਾ ਲਿਆ? ਮੰਦਰ ਮਿੱਟੀ ਸੰਦੜੇ। ਆ ਜਿਹੜੇ ਮਕਾਨ ਇਹਨਾਂ ਨੂੰ ਪੂੰਜੀ ਬਣਾ ਲਿਆ ਸੀ ਕਿ ਸਾਡੇ ਕੋਲ ਬੜੀ ਦੌਲਤ ਹੈ ਜੀ। ਅਸੀਂ ਮਿੱਟੀ ਦੀਆਂ ਜ਼ਮੀਨਾਂ ਨੂੰ ਆਪਣੀ ਪੂੰਜੀ ਬਣਾ ਲਿਆ, ਧਰਤੀ ਨੂੰ ਆਪਣੀ ਪੂੰਜੀ ਬਣਾ ਲਿਆ। ਸਤਿਗੁਰੂ ਜੀ ਕਹਿੰਦੇ ਭਾਈ ਮੈਂ ਤੇ ਇਦਾਂ ਉਗਣਾ ਵਾਲਾ ਹਾਂ, ਇਹ ਮਿੱਟੀ ਦੇ ਮੰਦਰਾਂ ਨੂੰ, ਇਹ ਮਕਾਨਾਂ ਨੂੰ, ਦੁਨੀਆ ਦੇ ਪਦਾਰਥਾਂ ਨੂੰ ਮੈਂ ਆਪਣੀ ਪੂੰਜੀ ਸਮਝ ਲਿਆ। ਪਰ ਅੱਜ ਤੱਕ ਉਹ ਮਕਾਨ ਕਦੀ ਕਿਸੇ ਦੇ ਨਾਲ ਨਹੀਂ ਗਿਆ। ਮਕਾਨ ਨੇ ਤਾਂ ਕੀ ਜਾਣਾ, ਸਰੀਰ ਵੀ ਕਦੀ ਕਿਸੇ ਦੇ ਨਾਲ ਨਹੀਂ ਜਾਂਦਾ। ਇਸ ਕਰਕੇ ਅਸੀਂ ਇਹਨਾਂ ਨੂੰ ਆਪਣੀ ਪੂੰਜੀ ਸਮਝ ਲਿਆ, ਇਹਨਾਂ ਨੂੰ ਆਪਣੀ ਦੌਲਤ ਸਮਝ ਲਿਆ। ਇਹ ਸਾਡੀ ਦੌਲਤ ਨਹੀਂ ਹੈ, ਇਹ ਸਾਡੀ ਪੂੰਜੀ ਨਹੀਂ ਹੈ। ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਤੈਸੀ ਵਸਤ ਵਿਜਾਈਏ ਜੈਸੀ ਨਿਭ ਹੈ ਨਾਲ। ਉਹੋ ਜੀ ਵਸਤੂ ਵਿਆਜੀ ਹੈ ਜਿਹੜੀ ਸਾਡੇ ਨਾਲ ਨਿਭੇ। ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਭ ਕੁਝ ਇਹ ਸ਼ਾਰ ਦੀ ਨਹੀਂ ਆਈ, ਸੁਆਹ ਦੀ ਨਹੀਂ ਆਈ, ਇਹ ਸਾਡੇ ਨਾਲ ਨਹੀਂ ਜਾ ਸਕਦੇ। ਓ ਇੰਨੀ ਟੋਲੀ ਭੁੱਲੀ ਅਸ ਤਿਸ ਕੰਤਨ ਬੈਠੀ ਪਾਸ ਜੀਓ। ਗੁਰੂ ਕੇ ਬਚਨ ਸਾਥ ਨ ਜਾਲੇ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨਸਾਰ। ਸ੍ਰੇਸ਼ਟ ਜਿਹੜੀ ਸਾਡੀ ਪੂੰਜੀ ਸੀ ਉਹ ਵਾਹਿਗੁਰੂ ਜੀ ਦਾ ਸਿਮਰਨ ਸੀ। ਪਰ ਸਾਹਿਬ ਕਹਿੰਦੇ ਇੰਨੀ ਟੋਲੀ ਭੁੱਲੀ ਅਸੀਂ ਤੇ ਇੰਨਾ ਹੀ ਪਦਾਰਥਾਂ 'ਚ ਪੈ ਕੇ ਭੁੱਲ ਗਏ, ਰੱਬ ਨੂੰ ਭੁਲਾ ਦਿੱਤਾ। ਔਰ ਜ਼ਿੰਦਗੀ ਦੇ ਅੰਦਰ ਅਸੀਂ ਕਦੀ ਉਸ ਪ੍ਰਮਾਤਮਾ ਦੇ ਨਾਲ ਸਾਂਝ ਨਾ ਬਣਾਈ, ਕਦੀ ਉਹਦੇ ਪਿਆਰ 'ਚ ਨਾ ਜੁੜੇ,
कदी वाहिगुरू जी का धन्नवाद ना किया जिन्हें सानू इन्नियां दातां दित्तियां हन। अंबर कुंजा कुरलियां बग बैठे आए जियो। अंबर मैना आकाश कुंजा, देखो कुंजा का अर्थ इत्थे गुण है। जदों जिंदगी के अंदर गुण नहीं होणगे, जिवें कुंजा उड्डदियां कुरल कुरल चलियां जांदियां, साडी जिंदगी चों गुण चले गए तो बाकी क्यों होएगा? बग बैठे आए जियो। बग का अर्थ है पखंड, पखंडी बंदे नूं बगले नाल तुलना दिती है गुरबाणी दे अंदर। जे अंदर गुण नहीं है फिर असीं पखंड करांगे। मेरे वर्गा चिट्टे कपड़े पा के अपने आप नूं संत कहवाई जाएगा, अंदर गुण नहीं है। गुण है तो दुनिया अपने आप ही सानू संत कहेगी, वडियाई करेगी, तारीफ करेगी। सतगुरु साहब जी कहते कि जदों जिंदगी अंदरों गुण कुंजा वांगू चले गए, कुरल करते चले गए तो बाकी सिर्फ बखंड रह जाएगा, दिखावा रह जाएगा जे पल्ले गुण नहीं होणगे। महापुरुखां ने दे अर्थे भी कीते ने कि जदों साडे काले केस चले जाते हैं तो धौले वाल आ जाते हैं, पर इत्थे विद्वानां ने यह भी अर्थ कीते ने कि जदों गुण चले गए तो बाकी केवल पखंडी पल्ले रहिंदे, दिखावा पल्ले रह जाता है। सा धन चली साहुरा क्या मोह देसी अग्गा जाए जियो। धन का अर्थ है स्त्री। जदों ये जीव रूपी स्त्री सहुरे घर जाएगी, परिवार जाएगी, जे पल्ले गुण ही नहीं है तो उत्थे जाके की मुंह दिखाएगी? केवल लिबास के नाल प्रसन्नता नहीं ली जा सकती, लिबास मुबारक है लेकिन पल्ले गुण होना चाहिए। भाई साहब भाई गुरदास जी ने एक बचन लिखा, नहर कुआर कन्या लाडली कै जानियत व्याहे ससुरार जाए गुणन कै मानीए। सौरे घर च गुणा करके कदर पैनी, इत्थे असीं वड्डे घर च वड्डे रुतबे तां साडा बड़ा मान सत्कार है, जो कुछ भी है, लेकिन वाहिगुरू जी दे दर ते गुणा करके कदर पैनी है। जे साडे पल्ले गुण ना होए ते उत्थे सानू निराश होना पवेगा। सुत्ती सुत्ती झाल थिया भुल्ली वाटड़िया सजियो। साहब कहंदे सुत्तियां सुत्तियां ही पौ फटाला हो गया। झाल थी दा अर्थ है कि सवेर हो गई, दिन चढ़ गया, चिट्टा दिन चढ़ गया। सुत्तियां सुत्तियां बडेपा आ गया, मोह माया च असीं सुत्ते रहे, जिंदगी लंघ गई साडी, बडेपा आ गया। भुल्ली वाटड़ी आह जियो, हुण सारी जिंदगी ते रस्ता भुल्ले रहे आपां ते हुण ते दिन चढ़ गया, भाव बडेपा आ गया, मौत नेड़े आ गई है। हुण मौत सिर ते होए, कोई बंदा कह के सिर ते वैरी चढ़ के आ गया जी, मैनू हुण बंदूक चलाउणी, दसो मैं वैरी दा मुकाबला करा? हो सकदा कदी? घर नूं अग लग गई अग, कहो जी खूह पेड़ दो मैं ते अग बुझाउणी है, खूह पुटिया जा सकदा है? अकारत है। हुण सिर ते जमदूत खड़े होण, कहो जी कोल जे हो के सुखमनी साहब पढ़ो जरा, इहदा डर दूर होए, उदों किवें दूर होएगा? सारी जिंदगी तां बाणी सुणी नहीं, सारी जिंदगी ते सच दी गल सुणी नहीं, पाप कमाउंदा रहा ते मारन वेले तुसीं जिन्ना मर्जी नेड़े होके कर लो, मुबारक है पाठ करना उस वेले, पर भाई उदों गल नहीं बननी, वो तो पहला गुरबाणी नाल जुड़ना पएगा। इस करके सतगुरू जी कहते सुत्तियां सुत्तियां रात लंघ गई, चिट्टा दिन भाव मौत आ गई सिर ते, हुण सारी जिंदगी रस्ता ही भुल्ले रहे असीं। तसा नालो मुतियस दुखां को धरियास जियो। उस वाहिगुरू जी दे नालों प्रभु नालों ते असीं टुटे ही रहे, विछड़े रहे कि हुण जिंदगी अंदर दुख ही साडी जिंदगी अंदर पल्ले पए हन। खुद गुण मैं सब अवगना एक नानक की अरदास जियो। वाहिगुरू जीओ, मेरी आप जी दे चरणों च नानक जी एक अरदास है कि तुहाडे कोल गुण ही गुण ने, पर मैं औगुणां दे नाल भरिया पिया हां। सब राती सुहागनी मैं दुहागन काई रात जियो। वाहिगुरू जी जो सुहागणियां ने वो तुहाडे प्यार च रंगियां होईयां ने, उन्हां ने तुहाडे प्यार नूं माणे है, उन्हां दीयां रातां सुहेलियां हो जांदियां ने, पर मैं दुहागन खाई रात जियो। ते मेरी दुहागन दी कादी रात है? दुखां च रोंदियां करलाउंदियां रात कढनी कोई जिंदगी नहीं है। सतगुरु जी ने गल कुछ अजी दी करके, जिस करके असीं दुखी साडा उधर ध्यान दवाया कि असीं अवगुणां नाल जुड़े हाँ। गुण ग्रहण करन दा तरीका है कि रब ने जो दातां दित्तियां ने उन्हां दातां नूं देखदियां रब दा शुकराना करिए। ज्यों-ज्यों वाहिगुरू जी दा शुकराना करेंगे उधरों असीं महान बनांगे, मजबूत बनांगे। गुरु चरणां च अरदास करनी, सतगुरू जी कृपा करनी, बचन साडे हिरदे च वसन जी, भुल्लां चुकां दी खिमा। धन श्री गुरु ग्रंथ साहिब जी का कोटान कोट धन्नवाद। गुरु रूप साध संगत का, समुची श्रोमणी गुरुद्वारा प्रबंधक कमेटी का, मानयोग सिंह साहब जी का धन्नवाद। हुईयां पुन्नां दी खिमा बख्श देनी। मानयोग भाई साहब जी आखिरी बचन कह रहे ने, श्रवण करो जी। खुद गुण मैं सब अवगना एक नानक की अरदास जियो। सब राती सुहागनी मैं दुहागन काई रात जियो। वाहिगुरू जी का खालसा, वाहिगुरू जी की